सतनाम श्री वाहिगुरु साहिब जी। श्री नानक अंगद गुरु अमरदास पद बंद। रामदास अर्जन गुरु वर श्री हर गोबिंद। हरि राय हर कृष्ण गुरु तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है माणिक भगत वैराग। गुरु ग्रंथ साहिब उदद बंदो कर अनुराग। श्री गुर शब्द कुमाए जिन जीते पंच विकार। तिन संतन को बंदना सिर चरणन पर तार। एक अंगारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा हे मन बंदना तुहे करो तज का सर्ब विकार। श्री सतगुर की शरण पर पावते हुए निस्तार। हे मन बंदना तुहे करो। वाहेगुरु जी का खालसा वाहेगुरु जी की फतेह। पतित पावन भगत बत्सल धन धन साहिब श्री गुरु नानक देव सच्चे पातशाह जी महाराज। धन धन श्री गुरु गोबिंद सिंह साहिब जी महाराज। दसे गुरु साहबाना दी आत्मक जोत जागदी जोत चवर छतर सिंघासन तख्त दे मालक। धन धन श्री गुरु ग्रंथ साहिब जी महाराज। सतगुरु जी की साजी नवाजी गुरु रूप गुरु प्यारी साध संगत जीओ। आप जी कर्मां वाले वड्डियां भागां वाले हो जो कि गुरु अर्जन देव महाराज जी के पावन पवित्र स्थान विखे संध्या के समय तो ही हाजरियां भर के साध संगत जी लाहा लै रहे हो। गुरु साहब जी की तुरकी बाणी के जाप आप संगतां ने सरवण कीते हैं। उस तो उपरंत महाराज जी के चरणों में अरदास हुई है। पावन पवित्र हुक्मनामे सरवण करके आप संगतां ने लाहा लिया है। सो गुरु प्यारी साध संगत जी जो सतगुरु नानक देव महाराज जी का सोहना इतिहास आप संगत रूप में पढ़ सुन विचार रहे हैं। उस इतिहास की कथा करने का समा होया है। साहिब सतगुरु शहीदां दे सरताज गुरु अर्जन देव महाराज जी के पावन पवित्र दिहाड़े नूं मुख रखदियां दो तीन दिन जिहड़ी है कथा विच हाज़री नहीं भरी सी। सतगुरु जी के अखंड पाठ प्रारंभ सन दरबार विच
ਸੋ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਿਹਾੜੇ ਆਪ ਸੰਗਤਾਂ ਨੇ ਸ਼ਰਧਾ ਭਾਵਨਾ ਨਾਲ ਮਨਾਏ ਹੈ। ਅੱਜ ਆਪਾਂ ਫਿਰ ਦੁਬਾਰਾ ਤੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਆਰੰਭ ਕੀਤੀ ਹੈ। ਜਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਦਿੱਲੀ ਦੇ ਇਲਾਕੇ ਵਿੱਚ ਗਏ, ਉੱਥੇ ਜੋ ਮੁਹਾਵਤ ਦਾ ਹਾਥੀ ਮਰ ਗਿਆ ਸੀ ਕਿਸੇ ਰੋਗ ਕਰਕੇ, ਪਾਤਸ਼ਾਹ ਸਿਕੰਦਰ ਲੋਧੀ ਦਾ, ਉਸ ਨੂੰ ਮਹਾਰਾਜ ਨੇ ਜੀਵਤ ਕੀਤਾ। ਉੱਥੇ ਬੜੀਆਂ ਲੰਬੀਆਂ ਵਿਚਾਰਾਂ ਹੋਈਆਂ। ਗੁਰੂ ਮਹਾਰਾਜ ਜੀ ਨੇ ਉੱਥੇ ਮਹਾਂਪੁਰਸ਼ਾਂ ਦੇ ਸੰਤਾਂ ਦੀ ਵਡਿਆਈ ਕਰਦੇ ਹੋਏ ਜਣਾਇਆ ਕਿ ਹੇ ਕਾਜੀ, ਹੇ ਸਿਕੰਦਰ ਪਾਤਸ਼ਾਹ, ਜਿਹੜੇ ਪਰਮਾਤਮਾ ਦੇ ਸੰਤ ਭਗਤ ਹੁੰਦੇ, ਉਹ ਜੋ ਬਚਨ ਕਹਿ ਦੇਣ ਉਹ ਪੂਰੇ ਹੁੰਦੇ ਹੈ। ਪਰਮਾਤਮਾ ਦੇ ਕੀਤੇ ਹੋਏ ਬਚਨ ਸੰਤ ਮੋੜ ਦਿੰਦੇ ਹੈ, ਪਰ ਜੋ ਬਚਨ ਸੰਤ ਕਹਿ ਦੇਣ ਉਹਨਾਂ ਬਚਨਾਂ ਨੂੰ ਪਰਮਾਤਮਾ ਨਹੀਂ ਮੋੜਦਾ। ਸੰਤਾਂ ਦੀ ਮਹਾਨ ਵਡਿਆਈ ਮਹਾਰਾਜ ਜੀ ਨੇ ਜਣਾਈ ਹੈ। ਭਾਈ ਮਰਦਾਨਾ ਜੀ ਨੇ ਵਡਿਆਈ ਬਖਸ਼ੀ। ਇਸੇ ਤਰ੍ਹਾਂ ਹੀ ਇੱਕ ਭੇਖ ਐਸਾ ਸਤਿਗੁਰੂ ਜੀ ਨੇ ਧਾਰਿਆ। ਇੱਕ ਚਰਨ ਵਿੱਚ ਖੜਾਂ ਪਾ ਲਈ, ਇੱਕ ਚਰਨ ਵਿੱਚ ਤਿੱਖੀ ਨੋਕ ਵਾਲੀ ਜਿਹੜੀ ਹੈ ਜੁੱਤੀ ਜੋੜਾ ਪਾ ਲਿਆ, ਮੱਥੇ 'ਤੇ ਕੇਸਰ ਦਾ ਲਾਲ ਤਿਲਕ ਲਾ ਲਿਆ। ਸਤਿਗੁਰੂ ਜੀ ਨੇ ਨੀਲਾ ਚਾਦਰਾ ਭੰਗਵਾ ਬਸਤਰ ਸਰੀਰ ਉੱਪਰ ਧਾਰਨ ਕਰ ਲਿਆ ਸੀ। ਐਸਾ ਅਚਰਜ ਭੇਖ ਧਾਰਿਆ ਵੀ ਨਾ ਮੁਸਲਮਾਨ ਜਾਣ ਸਕਦੇ ਵੀ ਕੌਣ ਇਹ ਮੁਸਲਮਾਨ ਹੈ, ਨਾ ਹਿੰਦੂ ਜਾਣ ਸਕਦੇ ਵੀ ਕੌਣ ਇਹ ਹਿੰਦੂ ਹੈ। ਪਰ ਜੇ ਹਿੰਦੂ ਕੋਈ ਬਚਨ ਕਹਿੰਦੇ ਤੇ ਗੁਰੂ ਮਹਾਰਾਜ ਜੀ ਹਿੰਦੂਆਂ ਨੂੰ ਹੀ ਜਿਹੜਾ ਉਹਨਾਂ ਦੀ ਭਾਸ਼ਾ ਸ਼ਾਸਤਰ ਮਰਿਆਦਾ ਅਨੁਸਾਰ ਉੱਤਰ ਦਿੰਦੇ। ਜੇ ਕੋਈ ਤੁਰਕੜੇ ਪੁੱਛਦੇ ਆਪਣੀ ਅਰਬੀ ਫਾਰਸੀ ਵਿੱਚ, ਉਹਨਾਂ ਦੀ ਬੋਲੀ ਵਿੱਚ ਗੁਰੂ ਸਾਹਿਬ ਜੀ ਉੱਤਰ ਦਿੰਦੇ। ਇਸ ਤਰ੍ਹਾਂ ਸਾਧ ਸੰਗਤ ਜੀ, ਗੁਰੂ ਮਹਾਰਾਜ ਜੋ ਅਨੇਕਾਂ ਹੀ ਭੇਖ ਧਾਰ ਲੈਂਦਾ, ਪਰਮੇਸ਼ਰ ਅਨਕ ਰੂਪ ਖਿੰਡ ਮਾਹਿ ਕੁਦਰਤ ਧਾਰਦਾ। ਸਤਿਗੁਰੂ ਜੀ ਨੇ ਐਸੇ ਸਰੂਪ ਕਈ ਧਾਰਨ ਕੀਤੇ। ਜੈਸਾ ਦੇਸ਼ ਤੈਸਾ ਵੇਸ, ਇਹ ਕੁਝ ਧਾਰਨ ਕੀਤਾ ਤਾਂ ਜੋ ਜਿਸ ਇਲਾਕੇ ਵਿੱਚ ਵੀ ਗੁਰੂ ਸਾਹਿਬ ਜੀ ਜਾਂਦੇ ਰਹੇ, ਐਸਾ ਹੀ ਭੇਖ ਧਾਰ ਕੇ ਗੁਰੂ ਮਹਾਰਾਜ ਜੀ ਨੇ ਤੇ ਉਹ ਕੁਝ ਕਰਕੇ ਦਿਖਾਇਆ। ਧਿਆਨ ਖਿੱਚਣ ਲਈ ਗੁਰੂ ਮਹਾਰਾਜ ਜਿੱਥੇ ਵੀ ਜਾਂਦੇ ਬੜੇ ਸੋਹਣੇ ਜਿਹੜੇ ਢੰਗ ਨਾਲ ਸਾਧਨਾ ਵਾਹਿਗੁਰੂ ਦਾ ਉਪਦੇਸ਼ ਬਖਸ਼ਿਸ਼ ਕਰਦੇ ਰਹੇ। ਆਪ ਸੰਗਤਾਂ ਨੇ ਪਿੱਛੇ ਵਿਸਥਾਰ ਨਾਲ ਕਥਾ ਜਿਹੜੀ ਹੈ ਸਰਵਣ ਕਰ ਲਈ ਹੈ। ਅੱਗੇ ਜਿਵੇਂ ਮਹਾਰਾਜ ਜੀ ਦੀ ਕਥਾ ਵਿਚਾਰ ਆ ਰਹੀ ਹੈ, ਉਹ ਆਪਾਂ ਸਰਵਣ ਕਰੀਏ। ਸਤਿਗੁਰੂ ਸਤਿਗੁਰੂ ਜੀ ਦੇ ਅੱਗੇ ਜਿਵੇਂ ਕਥਾ ਵਿਚਾਰ ਆ ਰਹੀ ਹੈ, ਸਾਧ ਸੰਗਤ ਜੀ ਆਪਾਂ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹੇ ਮਨ ਬੰਦਨ ਤੋਹਿ ਕਰਾਂ। ਸਭ ਤੋਂ ਪਹਿਲਾਂ
ਔਰ ਸੰਗ ਦੀ ਆਰੰਭਤਾ ਕਰਨ ਤੋਂ ਭਾਈ ਸੰਤੋਖ ਸਿੰਘ ਜੀ ਆਪਣੇ ਮਨ ਦੇ ਪਰਥਾਏ ਮੰਗਲ ਕਰਦੇ, ਆਪਣੇ ਮਨ ਨੂੰ ਬੜੇ ਪ੍ਰੇਮ ਨਾਲ ਕਹਿ ਰਹੇ ਹੈ। ਜਿਵੇਂ ਗੁਰੂ ਅਮਰਦਾਸ ਜੀ ਕਹਿੰਦੇ ਹੈ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇੱਥੇ ਵੀ ਮਨ ਨੂੰ ਬੜੇ ਪ੍ਰੇਮ ਨਾਲ ਕਵੀ ਜੀ ਨੇ ਕਿਹਾ ਹੈ, ਕਿਉਂਕਿ ਜਿੰਨੀ ਵੀ ਖੇਡ ਹੈ ਸਾਧ ਸੰਗਤ ਜੀ ਮਨ ਦੀ, ਮਨ ਨੇ ਹੀ ਸਭ ਨੂੰ ਭਰਮਾਇਆ ਹੋਇਆ ਹੈ, ਮਨ ਨੇ ਵਿਗਾੜਿਆ ਹੋਇਆ ਹੈ। ਜਿਸ ਕਰਕੇ ਮਨ ਦੀ ਹੀ ਚੰਚਲਤਾਈ ਨੂੰ ਨਿਵਰਤ ਕਰਨ ਵਾਸਤੇ ਕਵੀ ਸਾਹਿਬ ਜੀ ਮੰਗਲ ਕਰ ਰਹੇ ਹੈ। ਹੇ ਮੇਰੇ ਮਨ, ਮੈਂ ਤੈਨੂੰ ਬੜੇ ਪ੍ਰੇਮ ਨਾਲ ਨਮਸਕਾਰ ਵੰਦਨਾ ਕਰਦਾ ਹਾਂ। ਤਾਜ ਕਾ ਸਰਬ ਵਿਕਾਰ, ਕਿ ਤੂੰ ਮੇਰੀ ਲਾਜ ਰੱਖ, ਮੇਰੀ ਇੱਜ਼ਤ ਅਬਰੂ ਰੱਖ। ਸਾਰੇ ਜਿਹੜੇ ਵਿਕਾਰ ਹੈ ਨਾ ਮੰਦੇ, ਸਾਰੇ ਮੰਦੇ ਵਿਕਾਰਾਂ ਨੂੰ ਛੱਡ ਕੇ ਹੇ ਮਨਾ ਸ੍ਰੀ ਸਤਿਗੁਰ ਕੀ ਸਰਨ ਪਰ, ਤੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਸ਼ਰਨ ਵਿੱਚ ਪੈ ਜਾ, ਗੁਰੂ ਜੀ ਦੇ ਚਰਨਾਂ ਵਿੱਚ ਢਹਿ ਜਾ। ਮੇਰੇ ਮਨ ਗੁਰ ਕੀ ਸਿੱਖ ਸੁਣੀਜੈ, ਹੈ ਮੇਰੇ ਮਨ ਗੁਰੂ ਦੀ ਸਿੱਖਿਆ ਸੁਣ। ਮਨ ਮੇਰੇ ਗੁਰ ਕੀ ਮਨ ਲੈ ਰਜਾਏ, ਹੈ ਮੇਰੇ ਮਨ ਤੂੰ ਗੁਰੂ ਦੀ ਰਜਾ ਮਨ। ਗੁਰੂ ਦੀ ਆਗਿਆ ਕੀ ਵੀ ਗੁਰਮੁਖ ਨਿਵਾਣਾ ਹੋਏ ਰਹੋ, ਕਿ ਜਦ ਗੁਰਮੁਖ ਹੈਗਾ ਤੇ ਨਿਮਾਣਾ ਹੋ ਕੇ ਰਹਿ। ਮਨ ਕੀ ਮਤ ਤਿਆਗੋ ਹਰ ਜਨ, ਇਹਾ ਬਾਤ ਕਠੈਨੀ। ਹੇ ਮਨਾ ਤੂੰ ਮਤ ਦੀ ਆਪਣੀ ਮਤ ਤਿਆਗ ਛੱਡ ਦੇ, ਤੇ ਆਪਣੀ ਮਤ ਛੱਡ ਕੇ ਸਤਿਗੁਰ ਦੀ ਸ਼ਰਨ ਪੈ ਜਾ, ਢਹਿ ਜਾ। ਭਾਵ ਤੇ ਹੋਇਆ ਨਿਸਤਾਰ, ਜਿਸ ਕਰਕੇ ਤੇਰਾ ਸੰਸਾਰ ਤੋਂ ਨਿਸਤਾਰਾ ਹੋ ਜਾਏਗਾ। ਹੇ ਮਨਾ ਜਦੋਂ ਤੇਰਾ ਨਿਸਤਾਰਾ ਹੋ ਗਿਆ, ਮੇਰਾ ਆਪੇ ਹੋ ਜਾਏਗਾ। ਸ੍ਰੀ ਬਾਲਾ ਸੰਦਰ ਵਾਚ ਚੌਪਈ, ਸ੍ਰੀ ਅੰਗਦ ਸ੍ਰੇਸ਼ਟ ਗੁਣ ਖਾਨੇ। ਗੁਰੂ ਨਾਨਕ ਦੇਵ ਮਹਾਰਾਜ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਭਾਈ ਬਾਲਾ ਜੀ ਦਾ ਨਾਮ ਭਾਈ ਸੰਤੋਖ ਸਿੰਘ ਲਿਖਦੇ, ਕਿਉਂਕਿ ਉਹਨਾਂ ਦੇ ਤਾਂ ਇਤਿਹਾਸ ਦਾ ਲਥਾ ਕੀਤਾ ਸੀ। ਭਾਈ ਬਾਲਾ ਜੀ ਕਹਿੰਦੇ, ਹੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸ੍ਰੇਸ਼ਟ ਸਤਿਗੁਰੂ ਜੀ, ਹੇ ਗੁਣਾਂ ਦੀ ਖਾਣ, ਗੁਣਾਂ ਦੀ ਖਾਣ ਮਹਾਰਾਜ ਅਗਲਾ ਇਤਿਹਾਸ ਸੁਣੋ ਜੀ। ਸੁੰਦਰ ਕਥਾ ਸੁਨਹਾ ਸੁਖਦਾਨੀ, ਜੋ ਸੁੱਖਾਂ ਦਾ ਦਾਨ ਦੇਣ ਵਾਲੇ ਸਤਿਗੁਰੂ ਨਾਨਕ ਸਾਹਿਬ ਜੀ ਦੀ ਸੋਹਣੀ ਕਥਾ ਹੈ, ਮਹਾਨ ਕਥਾ ਉਹ ਸੁਣੋ ਜੀ। ਵਿਚਰਤ ਬਾਹਰ ਵੇਖ ਅਸ ਧਰ ਕਾ, ਐਸਾ ਭੇਖ ਧਾਰ ਕੇ ਮਹਾਰਾਜ ਨਾ ਪਤਾ ਲੱਗੇ ਹਿੰਦੂ ਹੈ, ਨਾ ਪਤਾ ਲੱਗੇ ਮੁਸਲਮਾਨ ਹੈ, ਐਵੇਂ ਸਾਂਝਾ ਜਾ ਭੇਖ ਲਿਬਾਸ ਧਾਰ ਕੇ ਮਹਾਰਾਜ ਅਨੋਖਾ ਅਚਰਜੀ ਤੇ ਜਿਹੜਾ ਵਿਚਰ ਰਹੇ ਹੈ। ਲੋਕਨ ਕੋ ਕਲਿਆਣ ਵਿਚਰ ਕਾ, ਤੇ ਲੋਕਾਂ ਦੀ ਵੀ ਕਲਿਆਣ ਕਰਨੀ ਹੈ, ਮੁਕਤੀ ਕਰਨੀ ਹੈ, ਇਹ ਵਿਚਾਰ ਕੇ ਸਤਿਗੁਰੂ ਜੀ ਵਿਚਰ ਰਹੇ ਹਨ। ਰਾਮਤ ਕਰਤੇ ਸਹਿਜ ਸੁਭਾਏ, ਸੁੱਤੇ ਸੇਧੀ ਸਤਿਗੁਰੂ ਜੀ ਐਵੇਂ ਚੱਲਣਾ ਕਰ ਰਹੇ ਸੀ, ਚੱਲਦੇ ਚੱਲਦੇ ਜਾ ਰਹੇ ਸਨ। ਨਾਵਪੁਰ ਮਾਹੀ ਚੱਲ ਕਰ ਆਏ, ਐਵੇਂ ਚੱਲਦੇ ਚੱਲਦੇ ਮਹਾਰਾਜ ਲਾਹੌਰ ਸ਼ਹਿਰ ਦੇ ਵਿੱਚ ਆਏ ਐ। ਉਤੋਕ ਸਾਬਪੁਰਾ ਜਿਹ ਥਾਨਾ, ਲਾਹੌਰ ਸ਼ਹਿਰ ਦੇ ਵਿੱਚ ਜਿਸ ਥਾਂ ਤੇ ਕਸਾਈ ਪੁਣਾ ਸੀ, ਕਸਾਈਆਂ ਦਾ ਮਹੱਲਾ ਆ ਗਿਆ। ਤਹਾਂ ਠਾਂਡ ਪੇ ਕਿਰਪਾ ਨਿਦਾਨਾ, ਕਿਰਪਾ ਦੇ ਖਜ਼ਾਨੇ ਮਹਾਰਾਜ ਜੀ ਉਹ ਜਿੱਥੇ ਕਸਾਈ ਪੁਣਾ ਕਸਾਈ ਕਰ ਰਹੇ ਸੀ, ਉਸ ਕਸਾਬਪੁਰੇ ਵਾਲੇ ਥਾਂ ਤੇ ਮਹਾਰਾਜ ਖੜੇ ਹੋ ਗਏ, ਰੁਕ ਗਏ। ਉਹ ਬਦ ਮਹਾ ਪਾਪ ਅਵਲੋਕਾ, ਜਿੱਥੇ ਹੈ ਕਸਾਈ ਉੱਥੇ ਕਸਾਈ ਪੁਣਾ ਹੀ ਹੋਣਾ ਹੈ। ਇੱਥੇ ਮਹਾਰਾਜ ਜੀ ਨੇ ਗਊਆਂ ਦਾ ਵੱਧ ਹੁੰਦਾ ਵੇਖਿਆ, ਬਹੁਤ ਵੱਡੇ ਪਾਪ ਨੂੰ ਤੱਕਿਆ। ਪੁਰਾ ਤੁਰਕ ਤਪ ਲੱਖ ਰਿਸ ਰੋਕਾ, ਤੁਰਕਾਂ ਦਾ ਪਿਛਲੇ ਜਨਮ ਦਾ ਤਪ ਜਾਣ ਕੇ ਗੁਰੂ ਨਾਨਕ ਸਾਹਿਬ ਜੀ ਨੇ
ਉਸ ਵੇਲੇ ਆਪਣਾ ਜਿਹੜਾ ਸਾਧ ਸੰਗਤ ਜੀ ਥੋੜਾ ਗੁੱਸਾ ਹੈ ਉਹ ਰੋਕਣਾ ਕੀਤਾ, ਰੋਕ ਕੇ ਰੱਖਿਆ ਹੈ। ਨਾਤੁਰ ਨਾਸ ਕਰਨ ਇਛ ਧਾਰੀ। ਨਹੀਂ ਤਾਂ ਮਹਾਰਾਜ ਜੀ ਨੇ ਇਹਨਾਂ ਦਾ ਵੀ ਨਾਸ ਕਰ ਦੇਣਾ, ਲਾਹੌਰ ਸ਼ਹਿਰ ਵਾਲਿਆਂ ਦਾ ਇਹਨਾਂ ਦਾ ਮਲੀਆ ਮੇਟ ਕਰ ਦੇਣਾ ਹੈ ਬਚਨ ਨਾਲ ਹੀ। ਐਸੀ ਇੱਛਾ ਧਾਰੀ ਹੈ। ਦਪ ਕ੍ਰੋਧ ਸੰਗਰਾ ਉਚਾਰੀ। ਐਸੀ ਇੱਛਾ ਧਾਰੀ ਸੀ ਵੀ ਇਹਨਾਂ ਦਾ ਨਾਸ ਕਰ ਦੇਣਾ, ਇਹ ਆਪਣੀਆਂ ਮਨ ਮਰਜ਼ੀਆਂ ਕਰਦੇ। ਫਿਰ ਵੀ ਮਹਾਰਾਜ ਜੀ ਨੇ ਉਹਦੀ ਇੱਛਾ ਛੱਡ ਕੇ ਵੀ ਬਾਅਦ 'ਚ ਕੁਝ ਕਰਾਂਗੇ ਇਹਨਾਂ ਦਾ, ਤੇ ਕ੍ਰੋਧ ਭਾਵ ਥੋੜੀ ਨਾਰਾਜ਼ੀ ਜੀ ਵਿੱਚ ਆ ਕੇ ਬਚਨ ਉਚਾਰਿਆ ਹੈ। ਸ੍ਰੀ ਮੁਖ ਵਾਕਾ ਲਾਹੌਰ ਸਹਰ ਜਹਰ ਕਹਿਰ ਸਵਾ ਪਹਿਰ। ਸੋਭਾ ਵਾਲੇ ਮੁਖ ਤੋਂ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਜੋ ਵਾਰਾਂ ਤੇ ਵਧੀਕ ਵਿੱਚ ਆਉਂਦੇ ਹੈ। ਮਹਾਰਾਜ ਕਹਿੰਦੇ ਜੋ ਲਾਹੌਰ ਸ਼ਹਿਰ ਹੈ ਤੇ ਇੱਥੇ ਸਵਾ ਪਹਿਰ ਦਿਨ ਚੜ੍ਹਦਿਆਂ ਹੀ ਜ਼ਹਿਰ ਵਰਗਾ ਕਹਿਰ ਹੋਇਆ ਕਰੇਗਾ। ਇਹ ਆਪੋ ਵਿੱਚ ਲੋਕ ਲੜ ਮਰ ਕੇ ਖਪਣਗੇ, ਖਤਮ ਹੋਣਗੇ। ਚੌਪਈ ਆਸ ਕਹਿ ਬੋਲੇ ਬਚਨ ਬਹੋਰੂ। ਇਹ ਬਚਨ ਜਦੋਂ ਗੁਰੂ ਜੀ ਨੇ ਕਰ ਦਿੱਤਾ ਸੀ, ਫਿਰ ਲਾਹੌਰ ਵਿੱਚ ਜਿੰਨਾ ਕਹਿਰ ਹੋਇਆ ਨਾ 18ਵੀਂ ਸਦੀ ਤੱਕ ਕਿਤੇ ਨਹੀਂ ਹੋਇਆ। ਇਹ ਮਹਾਰਾਜ ਨੇ ਬਚਨ ਹੀ ਵਰਤਾ ਦਿੱਤੇ। ਬਚਨ ਨਾਲ ਹੀ ਲਾਹੌਰ ਸ਼ਹਿਰ ਵਿੱਚ ਜ਼ਹਿਰ ਵਰਗਾ ਕਹਿਰ ਹੋਣਾ ਸ਼ੁਰੂ ਹੋ ਗਿਆ ਸੀ। ਇਸ ਤਰ੍ਹਾਂ ਕਹਿ ਕੇ ਮਹਾਰਾਜ ਜੀ ਨੇ ਫਿਰ ਬਚਨ ਬੋਲੇ। ਸੁਨ ਬਾਲੇ ਆਪ ਤੁਰਕਨ ਜੋਰੂ। ਇਹ ਭਾਈ ਬਾਲਾ ਸੁਣ, ਹੁਣ ਤੁਰਕਾਂ ਦਾ ਸਮਾਂ ਹੈ, ਮੁਸਲਿਆਂ ਦਾ ਬਹੁਤਾ ਜ਼ੋਰ ਹੈ ਲਾਹੌਰ ਵਿੱਚ। ਦਸਵਾਂ ਜਾਮਾ ਪਹਿਰੋਂ ਜਪ ਹੀ। ਭਾਵੇਂ ਕਿ ਗੁਰੂ ਮਹਾਰਾਜ ਨੂੰ ਤੇ ਲਾਹੌਰ ਵਾਲੇ ਕੁਝ ਨਹੀਂ ਕਰ ਸਕਦੇ, ਪਰ ਗੁਰੂ ਸਾਹਿਬ ਨੇ ਭਵਿੱਖ ਦਵਾ ਕੇ ਗਏ। ਕਹਿੰਦੇ ਹੈ ਭਾਈ ਬਾਲਾ ਜਦੋਂ ਦਸਵਾਂ ਜਾਮਾ ਅਸੀਂ ਪਹਿਰਾਂਗੇ ਨਾ, ਭਾਵ ਸਰੀਰ ਰੂਪੀ ਚੋਲਾ ਜਦੋਂ ਦਸਵਾਂ ਧਾਰਨ ਕਰਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਰੂਪ ਵਿੱਚ, ਧਰਮ ਪੰਥ ਪ੍ਰਗਟਾਵੋ ਤਬ ਹੀ। ਜੋ ਪਰਮੇਸ਼ਰ ਦਾ ਅਕਾਲੀ ਧਰਮ ਹੈ ਉਸ ਨੂੰ ਧਾਰਨ ਕਰਨ ਵਾਲਾ ਖਾਲਸਾ ਪੰਥ ਜਦੋਂ ਪ੍ਰਗਟ ਕਰਾਂਗੇ। ਯੁੱਧ ਧਰ ਕਾ ਜੁੱਧ ਮਚਾਵਹਿ। ਆਯੁੱਧ ਬੋਲਾ ਪੜਨਾ, ਆਯੁੱਧ ਧਰ ਕੈ ਐਵੇਂ ਸ਼ਸਤਰ ਧਾਰ ਕੇ ਉਹ ਅਕਾਲੀ ਪੰਥ ਖਾਲਸਾ ਪੰਥ ਯੁੱਧ ਮਚਾਏਗਾ। ਤੁਰਕਨ ਕੀ ਸਭ ਸਫਾ ਉਡਾਵਹਿ। ਉਠਾਵੈ ਹੈ ਭਾਈ ਬਾਲਾ, ਤੁਰਕਾਂ ਮੁਸਲਿਆਂ ਦੀ ਜਿੰਨੀ ਸਫਾ ਹੈ ਨਾ ਹਕੂਮਤ ਸਾਰੀ ਉਠਾ ਦਿਆਂਗੇ, ਚੁੱਕ ਦਿਆਂਗੇ ਇਹਨਾਂ ਦੀ ਹਕੂਮਤ। ਮਹਾ ਪਾਪ ਸੋ ਦੇਹ ਹਟਾਈ। ਜਿਹੜੇ ਥਾਂ ਥਾਂ ਤੇ ਗਾਵਾਂ ਵੱਢ ਰਹੇ ਹੈ, ਵੱਧ ਕਰ ਰਹੇ ਹੈ, ਇਹ ਮਹਾਨ ਵੱਡੇ ਪਾਪ ਅਸੀਂ ਹਟਾ ਦਿਆਂਗੇ ਉਸ ਵੇਲੇ। ਧਰਮ ਨੀਤ ਯੁਤ ਰਾਜ ਪੰਚਾਈ। ਜੋ ਅਕਾਲੀ ਧਰਮ ਹੈ ਉਹਦਾ ਨਿਆਂ ਕਰਾਂਗੇ, ਉਹ ਧਰਮ ਦੇ ਨਿਆਂ ਦੇ ਸਹਿਤ ਰਾਜ ਖਾਲਸੇ ਪੰਥ ਕੋ ਭੁਗਾਵਾਂਗੇ। ਰਾਜ ਕਰੇਗਾ ਖਾਲਸਾ ਹੋਏਗਾ। ਨਹਿ ਠਹਿਰੋ ਅਬ ਚੱਲ ਮਰਦਾਨਾ। ਇਸ ਕਰਕੇ ਭਾਈ ਮਰਦਾਨਾ ਬਾਲਾ ਹੁਣ ਨਾ ਇੱਥੇ ਠਹਿਰੋ, ਇੱਥੇ ਚੱਲੋ, ਇੱਥੋਂ ਚੱਲੀਏ ਪਾਪਾਂ ਦੇ ਘਰ ਵਿੱਚੋਂ ਬਾਹਰ। ਨਿਕਸੇ ਬਾਹਰ ਗਏ ਇੱਕ ਥਾਨਾ। ਮਹਾਰਾਜ ਲਾਹੌਰ ਸ਼ਹਿਰ ਤੋਂ ਬਾਰ-ਬਾਰ ਗਏ ਹੈ ਇੱਕ ਥਾਂ ਸਥਾਨ ਉੱਪਰ। ਇੱਕ ਦਿਜ ਦੰਬੀ ਹੁਤ ਅਗਾਰੀ। ਉੱਥੇ ਬਾਰ-ਬਾਰ ਲਾਹੌਰ ਸ਼ਹਿਰ ਦੇ ਇੱਕ ਪਖੰਡੀ ਪਖੰਡ ਕਰਨ ਵਾਲਾ ਬ੍ਰਾਹਮਣ ਹੀ ਅੱਗੇ ਹੈਗਾ ਸੀ। ਬਹੁ ਪਖੰਡ ਜਨ ਕੀਨ ਸਵਾਰੀ। ਜਿਸ ਬ੍ਰਾਹਮਣ ਨੇ ਬਹੁਤ ਜਿਹੜਾ ਦੰਭ ਪਖੰਡ ਹੈ ਸਵਾਰ ਕੇ ਧਾਰਨ ਕੀਤਾ ਹੋਇਆ ਸੀ, ਜਮਾ ਹੀ ਪਖੰਡੀ ਇਕੱਠਾ ਹੋਇਆ ਸੀ। ਗੋਬਰ ਸੋ ਧਰ ਲੀਪ ਬਣਾਈ। ਪਹਿਲਾਂ ਉਸਨੇ ਗਾਂ ਦੇ ਗੋਬਰ ਨਾਲ ਜਿਹੜੀ ਇਹ ਧਰਤੀ ਹੈ ਲੇਪਣ ਕਰਕੇ ਬਣਾਈ ਹੈ, ਧਰਤੀ ਸਵਾਰੀ ਹੈ, ਪੋਚਾ ਫੇਰਿਆ ਹੈ। ਬਾਹਰ ਉੱਪਰ ਕੁਸ਼ਾ ਦਸਾਈ। ਫਿਰ ਜਿਹੜੀ ਕੁਸ਼ਾ ਦੱਬ ਹੈ ਉਹ ਪੋਚਾ ਫੇਰ ਕੇ ਥੋੜਾ ਥਾਂ ਸੁਕਾ ਕੇ ਉਹਦੇ ਉੱਪਰ ਡਾਈ ਵਿਛਾਈ ਹੈ। ਵਸਤਰ ਉਤਾਰ ਕੀਨ ਇਸਨਾਨੇ। ਫਿਰ ਇਹਨੇ ਆਪਣੇ ਵਸਤਰ ਚਾਦਰਾ ਧੋਤੀ ਜੀ ਉਤਾਰ ਕੇ ਰਾਵੀ ਨਦੀ ਵਿੱਚ ਇਸ਼ਨਾਨ ਕੀਤਾ ਹੈ। ਦਵਾਦਸ ਤਨ ਮਹਿ ਤਿਤ ਕਲ ਗਾਨੇ। ਦਵਾਦਸ ਤਨ ਮਹਿ ਤਿਲ ਕਲ ਗਾਨੇ। ਤਿਲਕ ਲਗਾਨੇ
ਇਵੇਂ 12ਵੇਂ ਜਿਹੜੇ ਨੇ ਵੈਸ਼ਨੋ ਮੱਤ ਵਾਲੇ ਸਿਧਾਂਤ ਮੁਤਾਬਕ ਸਰੀਰ ਉੱਪਰ 12 ਤਿਲਕ ਲਾਏ ਆ, ਠੋਡੀ ਤੇ, ਮੱਥੇ ਤੇ, ਛਾਤੀ ਤੇ, ਪਿੱਠ ਤੇ, ਡੌਲਿਆਂ ਤੇ, ਮੋਢਿਆਂ ਤੇ, ਗਲ ਤੇ 12 ਤਿਲਕ ਲਾਏ ਆ ਵੈਸ਼ਨੋ ਮੱਤ ਵਾਲੇ। ਰਾਖੇ ਸਾਲਗ ਰਾਮ ਅਗਾਰੀ, ਜਿਹੜੀ ਭਗਵਾਨ ਦੀ ਮੂਰਤੀ ਹੈ, ਠਾਕਰਾਂ ਦੀ ਮੂਰਤੀ ਸਾਲਗਰਾਮ, ਉਹ ਅੱਗੇ ਰੱਖ ਲਈ ਹੈ ਬਣਾ ਸਵਾਰ ਕੇ। ਪੂਜਨ ਕੀਨ ਸੰਭਾਰ ਸੰਭਾਰੀ, ਫਿਰ ਸਾਰੀ ਸਮਗਰੀ ਜਿਹੜੀ ਸੰਭਾਲ ਕੇ ਹੈ, ਉਹ ਸਮਗਰੀ ਸੰਭਾਲੀ ਹੈ ਤੇ ਠਾਕਰ ਸਾਲਗਰਾਮ ਮੂਰਤੀ ਦੀ ਪੂਜਾ ਕੀਤੀ ਹੈ, ਇਸ਼ਨਾਨ ਕਰਵਾਇਆ, ਫੁੱਲ ਚੜਾਏ, ਆਦਿਕ ਮਾਲਾ ਪਾਈ ਹੈ। ਲੈ ਕਰ ਘੰਟਾ ਹਾਥ ਬਜਾਵਾ, ਫਿਰ ਬਹੁਤੇ ਪਖੰਡ ਕਰਦਾ ਹੈ, ਹੱਥ ਵਿੱਚ ਉਹ ਟਲ ਲੈ ਕੇ ਤੇ ਟਲ ਵਜਾਇਆ ਇਸਨੇ। ਬਾਰ ਬਾਰ ਧਰ ਪਰ ਸਿਰ ਲਾਵਾ, ਫਿਰ ਬਾਰ-ਬਾਰ ਧਰਤੀ ਉੱਪਰ ਨੇ ਸਿਰ ਲਾਇਆ ਹੈ, ਭਾਵ ਉਹ ਸਾਲਗਰਾਮ ਭਗਵਾਨ ਦੀ ਮੂਰਤੀ ਨੂੰ ਮੱਥੇ ਟੇਕਦਾ ਪੁਨਾ ਪੁਨਾ। ਬਹਰੋ ਮਾਲਾ ਲੀਨੀ ਪਾਨਾ, ਫਿਰ ਇਹਨੇ ਜਿਹੜੀ ਮਾਲਾ ਹੈ ਉਹ ਹੱਥ ਵਿੱਚ ਲਈ ਹੈ ਲੰਬੀ ਸਾਰੀ। ਨਾਨਾ ਬੂੰਦ ਬੈਠਿਓ ਬਕ ਧਿਆਨਾ, ਤੇ ਨਿੱਤ ਜਿਹੜੇ ਮੂੰਦ ਕਰਕੇ ਹੈ ਤੇ ਉਹ ਬੈਠ ਕੇ ਬੰਗਲਾ ਧਿਆਨ ਲਗਾ ਕੇ ਸਿਰ ਪੂਜ ਬਗਲ ਸਮਾਦਨ, ਆ ਬੰਗਲੇ ਵਾਲੀ ਸਮਾਧੀ ਲਾ ਲਈ, ਅੱਖਾਂ ਬੰਦ ਕਰ ਲਈਆਂ ਐ। ਦੇਖ ਮੰਝਾਰ ਲਜਾਵਹਿ ਤਜਾਹੀ, ਕੀ ਕਰਨੇ ਦੇਖ ਮੰਝਾਰ ਲਜਾਵਹਿ ਜਾਹੀ। ਜਿਸ ਬ੍ਰਾਹਮਣ ਨੂੰ ਵੇਖ ਕੇ ਜੋ ਮੰਝਾਰ ਕਹੀਏ ਬਿੱਲਾ ਹੈ, ਉਹ ਵੀ ਸ਼ਰਮਿੰਦਾ ਹੁੰਦਾ ਵੀ ਅੱਜ ਇਹੋ ਜਿਹੀਆਂ ਅੱਖਾਂ ਇਹਨੇ ਮੀਟੀਆਂ ਪਖੰਡ ਵਾਸਤੇ, ਇਹੋ ਜਿਹੇ ਮੈਂ ਵੀ ਨਹੀਂ ਮੀਟਦਾ। ਕਿਉਂਕਿ ਬਿੱਲਾ ਜਦੋਂ ਕਬੂਤਰ ਆਦਿਕ ਸ਼ਿਕਾਰ ਫੜਦਾ ਹੈ, ਚਿੜੀ ਆਦਿਕ, ਤੇ ਬਿੱਲਾ ਵੀ ਅੱਖਾਂ ਮੀਟਦਾ ਹੁੰਦਾ ਵੀ ਮੈਂ ਸੁੱਤਾ ਹੋਇਆ। ਫਿਰ ਉਹ ਕਬੂਤਰ 'ਤੇ ਝਪਟ ਮਾਰ ਲੈਂਦਾ ਹੈ। ਇਹਦੇ ਐਸੇ ਸੁਭਾਅ ਨੂੰ ਵੇਖ ਕੇ ਇਹਨੇ ਪਖੰਡ ਕੀਤਾ, ਅੱਖਾਂ ਬੰਦ ਕੀਤੀਆਂ, ਬੈਠਾ ਸਮਾਧੀ ਲਾ ਕੇ ਪਖੰਡੀ ਬ੍ਰਾਹਮਣ। ਤੇ ਉਹ ਜਿਹੜਾ ਹੈ ਕਹਿੰਦੇ ਐਸੀ ਸਮਾਧੀ ਲਾਏ ਵੀ ਬਿੱਲਾ ਵੀ ਸ਼ਰਮਿੰਦਾ ਹੁੰਦਾ ਇਹਦੀ ਸਮਾਧੀ ਅੱਗੇ। ਜਿਵੇਂ ਦਸਵੇਂ ਪਿਤਾ ਜੀ ਨੇ ਲਿਖਿਆ ਹੈ, ਬਿੜਾਲ ਧਿਆਨ ਲਗਾਇਓ, ਜਿਹੜਾ ਬਿੱਲਾ ਹੈ ਉਹ ਵੀ ਸ਼ਰਮਿੰਦਾ ਹੁੰਦਾ। 33 ਸਵਈਆਂ 'ਚ ਬਚਨ ਕਹੇ ਹੈ। ਮਾਇਆ ਕੋ ਲਾਲਚ ਮਨ ਨਾਹੀ, ਜਿਸ ਬ੍ਰਾਹਮਣ ਦੇ ਮਨ ਵਿੱਚ ਮਾਇਆ ਦਾ ਤੇ ਬਹੁਤਾ ਹੀ ਲਾਲਚ ਹੈ, ਜ਼ਬਾਨ ਬਾਹਰ ਹੈ ਜਿਸ ਦੀ। ਬਹੁ ਨਰ ਆਏ ਬੰਦਨਾ ਕਰਹੀ, ਬਹੁਤ ਜਿਹੜੇ ਪੁਰਸ਼ ਹੈ ਵੀ ਬੜਾ ਸੰਤ ਬ੍ਰਾਹਮਣ ਹੈ, ਸਮਾਧੀ ਲਾਈ ਬੈਠਾ, ਆਣ ਕੇ ਮੱਥੇ ਟੇਕਦੇ ਹੈ, ਨਮਸਕਾਰਾਂ ਕਰਦੇ ਇਸ ਨੂੰ। ਯਥਾ ਸ਼ਕਤ ਤਿਹ ਭੇਟਾ ਧਰਹੀ, ਯਥਾ ਸ਼ਕਤ ਜਿੰਨੀ ਕਿਸੇ ਦੀ ਸ਼ਕਤੀ ਹੈ ਵੀ ਸਮਰੱਥਾ ਹੈ, ਤੇ ਉਹ ਇਹਦੇ ਅੱਗੇ ਭੇਟਾ ਰੱਖਦੇ ਲਿਆਣ ਕੇ। ਸ੍ਰੀ ਨਾਨਕ ਤਿਹ ਉਰ ਕੀ ਜਾਣੀ, ਗੁਰੂ ਨਾਨਕ ਸਾਹਿਬ ਜੀ ਨੇ ਇਸ ਬ੍ਰਾਹਮਣ ਦੇ ਹਿਰਦੇ ਦੀ ਜਾਣ ਲਈ ਵੀ ਇਹ ਧਿਆਨ ਕੋਈ ਨਹੀਂ ਨੇ ਲਾਇਆ, ਪਖੰਡੀ ਰਚ ਰਿਹਾ, ਪਖੰਡ ਕਰਦਾ, ਇਹ ਡਿੰਬ ਦਿਖਾ ਰਿਹਾ ਹੈ। ਬੋਲੇ ਦੰਭ ਹਾਨ ਕੀ ਬਾਣੀ, ਮਹਾਰਾਜ ਜੋ ਪਖੰਡ ਨੂੰ ਨਾਸ ਕਰਨ ਵਾਲੇ ਹੈ, ਪਖੰਡ ਨੂੰ ਨਾਸ ਕਰਨ ਜੋ ਸਤਿਗੁਰੂ ਜੀ ਆਏ ਹੋਏ ਹੈ, ਪਖੰਡ ਨੂੰ ਨਾਸ ਕਰਨ ਵਾਲੀ ਬਚਨ ਬਾਣੀ ਬੋਲੇ ਹੈ। ਹੇ ਦਿਜ ਧਿਆਨ ਕਾਹੇ ਕੋ ਧਾਰੀ, ਮਹਾਰਾਜ ਕਹਿੰਦੇ ਹੇ ਬ੍ਰਾਹਮਣ, ਆਪ ਹੀ ਜਿਹੜਾ ਤੂੰ ਅੱਖਾਂ ਜਿਹੀਆਂ ਬੰਦ ਕਰਕੇ, ਲੱਕ ਸਿੱਧਾ ਕਰਕੇ, ਦੱਬ ਤੇ ਬੈਠ ਕੇ ਧਿਆਨ ਕਿਸ ਦਾ ਧਾਰਦਾ ਕਰਦਾ ਹੈ। ਸਾਲਗਰਾਮ ਤੁਮਾਰ ਅਗਾਰੀ, ਕਿਉਂਕਿ ਜਿਹੜਾ ਤੇਰਾ ਭਗਵਾਨ ਠਾਕਰ ਹੈ, ਉਹਦੀ ਮੂਰਤੀ ਤੇ ਤੇਰੇ ਅੱਗੇ ਪਈ ਹੋਈ ਹੈ। ਆਪਣਾ ਇਸ਼ਟ ਸਮੀਪ ਨਾ ਹੋਈ, ਹਾਂ ਜੇ ਆਪਣਾ ਇਸ਼ਟ ਪਿਆਰਾ ਜਿਸ ਨੂੰ ਮੰਨੀਏ, ਜੇ ਉਹ ਨੇੜੇ ਕੋਲ ਨਾ ਹੋਏ, ਤੋ ਹਿਤ ਧਿਆਨ ਮੁੰਦ ਚੱਕ ਦੋਈ। ਫੇਰ ਤਾਂ ਵੀ ਆਪਣੇ ਇਸ਼ਟ ਵਾਸਤੇ ਜਿਹੜੇ ਦੋਵੇਂ ਨੇਤਰ ਬੰਦ ਕਰਕੇ ਤੇ ਧਿਆਨ ਧਾਰੀ ਦਾ ਵੀ ਮੇਰਾ ਜਿਹੜਾ ਪਿਆਰਾ ਹੈ, ਮੇਰਾ ਦੇਵਤਾ ਹੈ, ਉਹ ਮੇਰੇ ਸਾਹਮਣੇ ਨਹੀਂ ਹੈਗਾ, ਤੇ ਤਾਂ ਮੈਂ ਆਪਣੇ ਭਗਵਾਨ ਦਾ ਧਿਆਨ ਹਿਰਦੇ ਵਿੱਚ ਧਾਰ ਕੇ ਅੱਖਾਂ ਬੰਦ ਕਰਕੇ ਸਰੂਪ ਤੱਕ ਰਿਹਾ, ਤੇ ਤੇਰੇ ਦੇ ਸਾਹਮਣੇ ਉਹ ਤੇਰੇ ਠਾਕਰ ਭਗਵਾਨ ਦੀ ਮੂਰਤੀ ਪਈ ਹੈ,
ਤੂੰ ਕਿਸ ਦਾ ਧਿਆਨ ਧਾਰਦਾ ਹੈ? ਦ੍ਰਿਸ਼ਟ ਹਜੂਰ ਸੋ ਪ੍ਰਤਮਾ ਤੇਰੀ। ਤੇਰੇ ਠਾਕਰ ਦੀ ਮੂਰਤੀ ਤੇ ਤੇਰੀ ਨਜ਼ਰ ਦੇ ਤੇ ਸਾਹਮਣੇ ਹੀ ਹੈ ਬ੍ਰਾਹਮਣਾ। ਤੈ ਲੋਚਨ ਕਿਉ ਮੂੰਦਹ ਫੇਰੀ। ਫਿਰ ਵੀ ਤੂੰ ਕਿਉਂ ਆਪਣੇ ਜਿਹੜੇ ਦੋਵੇਂ ਨੇਤਰ ਬੰਦ ਕੀਤੇ ਹੋਏ ਬੰਗਲੇ ਬਿੱਲੇ ਵਾਂਗ? ਤਬ ਦਿਜ ਬੋਲਿਓ ਪਾਖੰਡ ਰਾਤਾ। ਤਦੋਂ ਇਹੜਾ ਪਖੰਡ ਵਿੱਚ ਰੰਗਿਆ ਰਤਿਆ ਸੀ ਨਾ ਬ੍ਰਾਹਮਣ, ਪਖੰਡ ਦੀ ਬੋਲੀ ਬੋਲਿਆ ਹੈ। ਸੁਨਹ ਫਕੀਰ ਤਮੈ ਨਹਿ ਗਿਆਤਾ। ਐ ਫਕੀਰ ਜੀ ਸੁਣੋ, ਤੁਹਾਨੂੰ ਨਹੀਂ ਸਮਝ ਮੈਂ ਕੀ ਕਰਦਾ, ਤੁਸੀਂ ਨਹੀਂ ਜਾਣਦੇ ਆ ਗੱਲ। ਪ੍ਰਥਮਾ ਕੀ ਸੇਵਾ ਕਰ ਲੀਨੀ। ਮੈਂ ਆਪਣੇ ਠਾਕਰ ਦੀ ਮੂਰਤੀ ਦੀ ਸੇਵਾ ਜਿਹੜੀ ਕਰ ਲਈ ਹੈ, ਇਸ਼ਨਾਨ ਕਰਾ ਦਿੱਤਾ ਹੈ ਤੇ ਜਲ ਨਾਲ ਇਸ਼ਨਾਨ ਕਰਾ ਕੇ ਤਿਲਕ ਦੇ ਦਿੱਤੇ ਹੈ, ਮਾਲਾ ਪਾ ਦਿੱਤੀ ਹੈ, ਮੱਥੇ ਟੇਕ ਲਿਆ, ਸਭ ਤਰ੍ਹਾਂ ਨਾਲ ਸੇਵਾ ਕਰ ਲਈ ਹੈ। ਬਾਰ ਬਾਰ ਧਰ ਬੰਦਨ ਦੀਨੀ। ਸਾਡੇ ਸਾਹਮਣੇ ਤੇ ਮੈਂ ਬਾਰ-ਬਾਰ ਧਰਤੀ ਉੱਪਰ ਮੱਥੇ ਟੇਕ ਕੇ ਨਮਸਕਾਰ ਦਿੱਤੀ ਕੀਤੀ ਹੈ। ਨੈਨ ਬੂੰਦ ਜਬ ਹੀ ਬ੍ਰਿਤ ਲੀਨ। ਨੈਨ ਬੂੰਦ ਜਬ ਹੀ ਬ੍ਰਿਤ ਰੋਕੀ। ਕਹਿੰਦਾ ਹੈ ਫਕੀਰ ਜੀ, ਜਦੋਂ ਮੈਂ ਆਪਣੇ ਮਨ ਦੀ ਬਿਰਤੀ ਰੋਕ ਕੇ ਤੇ ਨੇਤਰ ਮੂੰਦਦਾ ਨਾ ਬੰਦ ਕਰਦਾ ਆ, ਹੋਵਤ ਹੈ ਸੁਧ ਮੁਝ ਹੈ ਤ੍ਰੈਲੋਕੀ। ਉਸ ਵੇਲੇ ਮੈਨੂੰ ਤਿੰਨਾਂ ਲੋਕਾਂ ਦੀ ਖਬਰਸਾਰ ਹੋ ਜਾਂਦੀ ਹੈ। ਹੁਣ ਹੋ ਗਈ ਹੈ, ਮੈਨੂੰ ਪਤਾ ਲੱਗ ਜਾਂਦਾ ਵੀ ਕਿੱਥੇ ਕੀ ਹੋ ਰਿਹਾ ਤਿੰਨਾਂ ਲੋਕਾਂ ਵਿੱਚ। ਆਸ ਕਹਿ ਬੈਠਿਓ ਲਾਏ ਧਿਆਨਾ। ਇਸ ਤਰ੍ਹਾਂ ਕਹਿ ਕੇ ਨਾ ਇਹ ਪਖੰਡੀ ਤੇ ਜਿਹੜਾ ਹੈ ਧਿਆਨ ਲਾ ਕੇ ਬੈਠ ਗਿਆ। ਫਿਰ ਬੰਗਲੇ ਵਾਂਗ ਧਿਆਨ ਲਾਇਆ ਤੇ ਹੈ ਨਹੀਂ, ਐਵੇਂ ਝੂਠ ਹੀ ਕਰਦਾ ਕੰਮ। ਲੋਕ ਦਿਖਾਵਾ ਮਨ ਆਤਮਾਨਾ। ਜਿਸ ਬ੍ਰਾਹਮਣ ਦੇ ਮਨ ਵਿੱਚ ਬਹੁਤ ਹੰਕਾਰ ਹੈ, ਐਵੇਂ ਲੋਕ ਦਿਖਾਵਾ ਕਰਦਾ ਹੈ, ਲੋਕਾਂ ਨੂੰ ਦਿਖਾਉਣ ਵਾਸਤੇ ਅੱਖਾਂ ਬੰਦ ਕਰਦਾ, ਉਂਝ ਤੇ ਕੁਝ ਨਹੀਂ ਹੈ ਕੋਲ ਪੱਲੇ। ਧਨ ਕੋ ਲਾਲਚ ਬਦਾ ਬਧੇਰਾ। ਧਨ ਦਾ ਲਾਲਚ ਇਹਦੇ ਮਨ ਵਿੱਚ ਬਹੁਤਾ ਹੀ ਵੱਧ ਰਿਹਾ ਹੈ। ਜਿਉ ਆਵਹਿ ਤਿਉ ਚਹਿ ਕਨੇਰਾ। ਜਿਉਂ-ਜਿਉਂ ਧਨ ਆਉਂਦਾ ਲੋਕ ਮੱਥੇ ਟੇਕਦੇ ਭੇਟਾਵਾਂ ਰੱਖਦੇ ਹੈ, ਤਿਉਂ-ਤਿਉਂ ਇਹਨੂੰ ਬਹੁਤਾ ਚਾਅ ਆਉਂਦਾ, ਇੱਛਾ ਜਾਗਦੀ ਵੀ ਪੈਸਾ ਹੋਰ ਚੜ ਜਾਏ ਮੈਨੂੰ। ਕਮਾਤ ਕਦਨ ਕੋ ਸ੍ਰੀ ਜਗ ਸਾਈ। ਜੋ ਸੋਭਾ ਵਾਲੇ ਸੰਸਾਰ ਦੇ ਸਾਈਂ ਮਾਲਕ ਹੈ ਗੁਰੂ ਨਾਨਕ ਸਾਹਿਬ ਜੀ, ਇਹ ਬ੍ਰਾਹਮਣ ਦੀ ਖੋਟੀ ਭੈੜੀ ਮੱਤ ਨੂੰ ਕੱਟਣ ਵਾਸਤੇ ਠਾਕਰ ਚੌਂਕੀ ਦੀਨ ਉਠਾਈ। ਜਿਹੜੀ ਠਾਕਰ ਦੀ ਠਾਕਰ ਹੈ ਉਹ ਸਾਲਗ੍ਰਾਮ ਮੂਰਤੀ ਹੈ। ਇਸੇ ਤਰ੍ਹਾਂ ਚੌਂਕੀ ਜਿਹਦੇ ਵਿੱਚ ਪੈਸੇ ਜੇ ਪਵਾ ਰਿਹਾ ਸੀ, ਉਹ ਮਹਾਰਾਜ ਨੇ ਉਡਾ ਦਿੱਤੀ ਹੈ। ਭਾਵ ਭਾਈ ਬਾਲੇ ਮਰਦਾਨੇ ਪਾਸੋਂ ਕਿਸੇ ਪਾਸੇ ਆਸੇ ਪਾਸੇ ਕਰਵਾ ਦਿੱਤੀ ਹੈ। ਏਕ ਮਹੂਰਤ ਬੀਤੇ ਪਾਸ਼ੇ। ਜਦੋਂ ਇਹ ਬ੍ਰਾਹਮਣ ਨੂੰ ਅੱਖਾਂ ਬੰਦ ਕੀਤਿਆਂ ਹੋਇਆਂ ਇੱਕ ਮੁਹੂਰਤ ਭਾਵ 2 ਘੜੀਆਂ 48 ਕੁ ਮਿੰਟ ਬੀਤੇ ਹੈ। 48 ਮਿੰਟ ਬੀਤਿਆਂ ਤੋਂ ਪਿੱਛੋਂ ਵਿਪਰ ਬਿਲੋਕਨ ਲਾਗਿਓ ਆਛੇ। ਇਹ ਬ੍ਰਾਹਮਣ ਜਿਹੜਾ ਚੰਗੀ ਤਰ੍ਹਾਂ ਵੇਖਣ ਲੱਗਾ, ਅੱਖਾਂ ਦੀਆਂ ਘੁਮਾ ਕੇ ਕਦੀ ਅੱਗੇ ਕਦੀ ਪਿੱਛੇ, 4 ਸਵੇਰੇ ਤੱਕਦਾ ਵੀ ਨਾ ਤੇ ਠਾਕਰ ਹੈ ਨਾ ਚੌਂਕੀ ਦਿਸਦੀ ਹੈ। ਠਾਕੁਰ ਚੌਂਕੀ ਜਬ ਹੈ ਨਾ ਪਾਈ। ਜਦੋਂ ਹੀ ਇਸਨੇ ਆਪਣੇ ਠਾਕਰ ਦੀ ਮੂਰਤੀ ਦੇ ਚੌਂਕੀ, ਉਹ ਜਿਹੜੇ ਵਿੱਚ ਪੈਸੇ ਪਵਾਉਂਦਾ ਸੀ ਗੱਲੇ ਵਿੱਚ, ਉਹ ਨਹੀਂ ਜਦੋਂ ਦੇਖੇ ਇਹਨੇ। ਕਰਤ ਬਿਰਲਾਪ ਰਹਿਓ ਕਿ ਗਿਆਈ। ਬੜੇ ਤਰਲੇ ਜੇ ਕੱਢ ਕੇ ਤੇ ਵਿਰਲਾਪ ਕਰਦਾ ਹੈ, ਹਾਏ ਹਾਏ ਕਰਨਾ ਸ਼ੁਰੂ ਕਰ ਦਿੱਤਾ ਇਸਨੇ। ਚਿੰਤਾ ਤੁਰ ਹੋਇ ਲੋਕਨ ਪੂਛਾ। ਜਿਹੜੇ ਰਾਵੀ ਵਿੱਚ ਹੋਰ ਵੀ ਇਸ਼ਨਾਨ ਕਰ ਰਹੇ ਸੀ ਲੋਕ, ਉਹਨਾਂ ਲੋਕਾਂ ਤੋਂ ਨੇ ਚਿੰਤਾ ਨਾਲ ਵਿਆਕੁਲ ਦੁਖੀ ਹੋਏ ਨੇ ਪੁੱਛਿਆ ਹੈ। ਦੀਨਾ ਉੱਤਰ ਸਭ ਨੇ ਸ਼ੂਸ਼ਾ। ਸਾਰਿਆਂ ਨੇ ਸਭ ਨੇ ਉੱਤਰ ਖਾਲੀ ਦਿੱਤਾ ਵੀ ਸਾਨੂੰ ਨਹੀਂ ਪਤਾ ਤੇਰੇ ਠਾਕਰ ਦਾ ਤੇ ਤੇਰੀ ਚੌਂਕੀ ਦਾ ਵੀ ਤੇਰਾ ਭਗਵਾਨ ਕੌਣ ਲੈ ਗਿਆ ਹੈ। ਬੂਝਿਓ ਪ੍ਰਭੂ ਕਹੋ ਦਿਜ ਗਾਥਾ। ਮਹਾਰਾਜ ਜੀ ਪਾਸ ਹੀ ਸਨ, ਇਹ ਕੁਝ ਦੇਖ ਹੀ ਰਹੇ ਸੀ। ਫਿਰ ਪੁੱਛਿਆ ਗੁਰੂ ਜੀ ਨੇ, ਹੇ ਬ੍ਰਾਹਮਣ,
ਆਪਣੀ ਕਥਾ ਗਾਥਾ ਕਹਿ ਸਾਨੂੰ ਦੱਸ। ਅਬ ਤੂੰ ਹੁਤ ਹਰਖ ਕੇ ਸਾਥਾ। ਆ ਹੁਣੇ ਹੁਣੇ ਤੇ ਤੂੰ ਬੜੀ ਸਮਾਧੀ ਲਾਈ ਹੋਈ ਸੀ, ਬੜੀ ਖੁਸ਼ੀ ਦੇ ਸਹਿਤ ਪ੍ਰਸੰਨੀ ਸੀ। ਕਿਉ ਬਿਹਬਲ ਬਿਰਲਾਪ ਪੁਕਾਰਾ। ਹੁਣ ਤੈਨੂੰ ਵੀ ਕੀ ਹੋ ਗਿਆ, ਕਿਉਂ ਤੂੰ ਬਿਹਬਲ ਵਿਆਕਲ ਜਾ ਹੋਇਆ, ਵਿਰਲਾਪ ਕਰਦਾ, ਚਾਂਗਰਾ ਮਾਰਦਾ, ਪੁਕਾਰਾਂ ਫਰਿਆਦਾਂ ਕਰ ਰਿਹਾ ਹੈ। ਕੋ ਕਾਰਜ ਗਾ ਬਿਗੜ ਤੁਮਾਰਾ। ਤੇਰਾ ਵੀ ਕਿਹੜਾ ਵੱਡਾ ਸਾਰਾ ਕੰਮ ਜਿਹੜਾ ਵਿਗੜ ਤਿਗੜ ਗਿਆ ਹੈ ਬ੍ਰਾਹਮਣਾ। ਇਹ ਸੰਤ ਹੋ ਜੇ ਸਾਲ ਗ੍ਰਾਮਾ। ਇਹ ਕਹਿਣ ਲੱਗਾ, ਹੈ ਸੰਤੋ ਆ ਜਿਹੜੇ ਮੇਰੇ ਠਾਕਰ ਦੀ ਮੂਰਤੀ ਹੈ, ਸਾਲਗ੍ਰਾਮ ਭਗਵਾਨ ਹੈ ਮੇਰਾ। ਕਾਹੋ ਚੁਰਾਏ ਲੀਨ ਅਬਰਾਮਾ। ਸੁੰਦਰ ਠਾਕਰ ਦੀ ਮੂਰਤੀ ਨੂੰ ਆ ਕਿਸੇ ਨੇ ਸ਼ੈਤਾਨੀ ਨਾਲ ਮਾਰਿਆ, ਚੁਰਾ ਲਿਆ, ਛੁਪਾ ਲਿਆ ਕਿਤੇ ਲੱਗਦਾ। ਕਿਤਕ ਹੁਤ ਧਨ ਚੌਕੀ ਮਾਹੀ। ਤੇ ਕਿਤਨਾ ਕੁ ਭਾਵ ਜਿਹੜਾ ਮੈਂ ਬੈਠਾ ਹੋਇਆ ਸੀ ਚੌਂਕੀ ਅੱਗੇ ਰੱਖ ਗਏ ਤੇ ਮੈਨੂੰ ਮੱਥੇ ਟੇਕਦੇ ਸਨ, ਉਹ ਚੌਂਕੀ ਵਿੱਚ ਹੀ ਮਾਰਾ ਕਿੰਨਾ ਕੁ ਧਨ ਪੈਸਾ ਹੈ ਸੀ। ਰਹਿਓ ਬੂਝ ਕੋ ਦੇਵਤ ਨਾਹੀ। ਮੈਂ ਹੁਣ ਉੱਚੀ ਉੱਚੀ ਪੁੱਛ ਰਿਹਾ, ਕੋਈ ਮੇਰਾ ਠਾਕਰ ਭਗਵਾਨ ਤੇ ਚੌਂਕੀ ਦਿੰਦਾ ਹੀ ਨਹੀਂ ਹੈ। ਕਹਿੰਦੇ ਸਾਨੂੰ ਨਹੀਂ ਪਤਾ ਤੇਰੇ ਭਗਵਾਨ ਚੌਂਕੀ ਦਾ। ਗੁਰੂ ਕਹਾਂ ਸੁਧ ਤੁਜਾ ਤ੍ਰਿਲੋਕੀ। ਮਹਾਰਾਜ ਕਹਿਣ ਲੱਗੇ ਹੱਸ ਕੇ ਵੀ ਬ੍ਰਾਹਮਣਾ ਤੂੰ ਤੇ ਹੁਣੇ ਕਹਿੰਦਾ ਸੀ ਵੀ ਤਿੰਨਾਂ ਲੋਕਾਂ ਦੀ ਖਬਰਸਾਰ ਹੈ ਤੇ ਤੂੰ ਤੇ ਤਿੰਨਾਂ ਲੋਕਾਂ ਦੀ ਸੋਝੀ ਗਿਆਤਾ ਰੱਖਦਾ ਹੈ। ਧਰਹੁ ਧਿਆਨ ਕੋ ਲਿਹੋ ਬਿਲੋਕੀ। ਤੈਨੂੰ ਵੀ ਤਿੰਨਾਂ ਲੋਕਾਂ ਦਾ ਹੀ ਗਿਆਨ ਹੈ, ਮਾਤ ਲੋਕ, ਸਵਰਗ ਲੋਕ, ਪਤਾਲ ਲੋਕ, ਤਿੰਨਾਂ ਲੋਕਾਂ ਦਾ ਤੂੰ ਗਿਆਤਾ ਹੈ। ਤੇ ਤੂੰ ਵੇਖ ਲਾ, ਧਿਆਨ ਧਰ ਲੈ, ਤਿੰਨਾਂ ਲੋਕਾਂ ਤੋਂ ਕਿੱਥੇ ਬਾਹਰ ਜਾਣੀ ਹੈ ਚੀਜ਼। ਕਹਾਂ ਦੁਰਾਵਹਿ ਗੋ ਤਿਹ ਜਾਈ। ਤੇਰੇ ਠਾਕਰ ਨੂੰ ਤੇ ਤੇਰੀ ਚੌਂਕੀ ਨੂੰ ਕਿਹੜਾ ਵੀ ਕਿੱਥੇ ਕੋਈ ਜਾ ਕੇ ਤਿੰਨਾਂ ਲੋਕਾਂ ਤੋਂ ਬਾਹਰ ਛੁਪਾਏਗਾ, ਲੁਕਾਏਗਾ। ਨੀਕੇ ਦੇਖ ਲਿਹੋ ਸਭ ਥਾਈ। ਇਸ ਕਰਕੇ ਚੰਗੀ ਤਰ੍ਹਾਂ ਧਿਆਨ ਲਾ ਕੇ ਨਾ ਤੇ ਤਿੰਨਾਂ ਲੋਕਾਂ ਦੇ ਵਿੱਚ ਸਾਰੇ ਥਾਂ ਤੇ ਫਿਰ ਤੁਰ ਕੇ ਵੇਖ ਲਾ ਠਾਕਰ ਚੌਂਕੀ ਨੂੰ। ਸੁਨ ਕੈ ਬਿਆੰਗ ਬਜਨ ਦਿਜ ਜਾਨੀ। ਸਤਿਗੁਰ ਜੀ ਦੇ ਕਟਾਕਸ਼ ਰੂਪੀ ਬਚਨ, ਇਸੇ ਤਰ੍ਹਾਂ ਜਿਹੜੇ ਧੁਨੀ ਵਾਲੇ ਬਚਨ ਸੁਣ ਕੇ ਬ੍ਰਾਹਮਣ ਨੇ ਗੱਲ ਜਾਣੀ ਹੈ। ਇਨਕੇ ਦ੍ਰਿਸ਼ਟ ਬਿਖਾ ਕਿਤ ਉਥਾਨੀ। ਕਹਿੰਦਾ ਵੀ ਇਹਨਾਂ ਦੀ ਦ੍ਰਿਸ਼ਟੀ ਵਿੱਚ ਹੀ ਕਿਸੇ ਨਾ ਕਿਸੇ ਥਾਂ ਤੇ ਮੇਰਾ ਠਾਕਰ ਤੇ ਮੇਰੀ ਚੌਂਕੀ ਲੱਗਦਾ ਪਈ ਹੋਈ, ਇਹਨਾਂ ਨੂੰ ਪਤਾ ਹੈ। ਝੂਠ ਤਿਆਗ ਤਬ ਸਾਚ ਬਖਾਨਾ। ਤੇਰੇ ਬ੍ਰਾਹਮਣ ਨੇ ਝੂਠ ਛੱਡ ਕੇ ਸੱਚੋ ਸੱਚ ਜੋ ਇਹਦੇ ਕੁਝ ਹੈ ਸੀ, ਜਿਨੇ ਕਿ ਤਿੰਨਾਂ ਲੋਕਾਂ ਦਾ ਗਿਆਤਾ ਨੇ ਸੱਚ ਹੀ ਕਿਹਾ। ਪੇਟ ਕੇ ਹੇਤ ਹੋਤੀ ਗੁਜਰਾਨਾ। ਕਹਿਣ ਲੱਗਾ ਮਹਾਰਾਜਾ ਧਿਆਨ ਤੇ ਹੁਣ ਕਾਹਦਾ ਲਾਉਣਾ ਹੈ, ਕਾਹਦੀ ਆ ਤਿੰਨਾਂ ਲੋਕਾਂ ਦੀ ਸਾਨੂੰ ਸੋਝੀ ਹੈ। ਆ ਤੇ ਮੈਂ ਆਪਣੇ ਪੇਟ ਦੇ ਵਾਸਤੇ ਮੇਰਾ ਗੁਜ਼ਰ ਗੁਜ਼ਾਰਾ ਹੀ ਸੀ, ਮੇਰੀ ਤੇ ਰੋਜੀ ਇਹ ਹੈ ਸੀ। ਜਹ ਕਰ ਕੋਰ ਜੀਵ ਕਾਲੇ। ਮੈਂ ਤੇ ਐਵੇਂ ਝੂਠ ਕਹਿ ਕਰਕੇ ਵੀ ਮੈਨੂੰ ਤਿੰਨਾਂ ਲੋਕਾਂ ਦਾ ਗਿਆਨ ਹੈ। ਲੋਕ ਵਿਚਾਰੇ ਮੱਥਾ ਟੇਕੀ ਜਾਂਦੇ ਹੈ, ਅੱਗੇ ਭੇਟਾਵਾਂ ਪੈਸੇ ਰੱਖੀ ਜਾਂਦੇ ਹੈ। ਐਵੇਂ ਮਹਾਰਾਜ ਮੈਂ ਆਪਣੀ ਉਪਜੀਵਕਾ ਰੋਜੀ ਲੈਂਦਾ ਕਮਾਉਂਦਾ ਹਾਂ। ਪਾਲਨ ਨਿਜ ਪਰਿਵਾਰ ਕਰਿਓ। ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਆ ਕੁਝ ਛੜ ਫਰੇਬ ਕਰਦਾ ਜੀ ਸੰਤੋ। ਵੈ ਲੋਕਨ ਮਹਿਮਾਨ ਕਨੇਰਾ। ਫਿਰ ਜਦੋਂ ਮੈਂ ਪਖੰਡਾ ਸਾਰਾ ਕਰਕੇ ਤੇ ਚੌਂਕੜਾ ਮਾਰ ਕੇ ਸਮਾਧੀ ਲਾਉਣਾ, 2-2 3-3 ਘੜੀਆਂ ਅੱਖਾਂ ਬੰਦ ਕਰਕੇ, ਲੋਕ ਸੋਚਦੇ ਆ ਵੀ ਬੜਾ ਸੰਤ ਮਹਾਂਪੁਰਸ਼ ਬ੍ਰਾਹਮਣ ਇਹ, ਲੋਕਾਂ ਵਿੱਚ ਮਹਾਰਾਜ ਬੜਾ ਮਾਣ ਸਤਿਕਾਰ ਹੁੰਦਾ, ਕਹਿੰਦੇ ਬੜਾ ਧਿਆਨੀ ਹੈ, ਧਿਆਨ ਲਾਉਣ ਵਾਲਾ। ਲਖੋ ਪਖੰਡ ਸੰਤ ਜੀ ਮੇਰਾ। ਸੱਚ ਤੇ ਇਹ ਗੱਲ ਹੈ ਸੰਤ ਜੀ ਮੇਰਾ, ਤੁਸੀਂ ਪਖੰਡੀ ਜਾਣ ਲਓ, ਪਖੰਡੀ ਕਰਦਾ ਮੈਂ। ਤਿਸ ਮੂਰਤ ਕਰ ਰੋਜ਼ੀ ਹਮਾਰੀ। ਉਸ ਜੋ ਸਾਲਗ੍ਰਾਮ ਦੀ ਮੂਰਤੀ ਹੈ ਮਹਾਰਾਜ, ਉਹੀਓ ਤੇ ਸਾਡੀ ਰੋਜੀ ਰੋਟੀ ਹੈ। ਦਿਓ ਬਤਾਏ ਡੀਠ ਮਹ ਤੁਮਰੀ। ਤੇ ਜੇ ਤੁਹਾਡੀ ਨਿਗਾਹ ਵਿੱਚ ਹੈਗੀ ਹੈ ਮੂਰਤੀ ਸਾਲਗ੍ਰਾਮ,
ਤੁਸੀਂ ਕਿਸੇ ਨੂੰ ਖੜਦਿਆਂ ਦੇਖਿਆ ਹੈ ਮਹਾਰਾਜ ਤੇ ਉਹ ਦੱਸ ਦਿਓ ਮੈਨੂੰ। ਅਵਲੋਕਿਓ ਜੇ ਲੇਵਤ ਕੋਈ, ਜੇ ਕੋਈ ਇੱਥੋਂ ਚੁੱਕਦਾ ਲੈਂਦਾ ਦੇਖਿਆ ਹੈ ਜੀ। ਮੁਝ ਜਨਾਏ ਦੀਜੀਏ ਸੋਈ, ਉਹ ਮਹਾਰਾਜ ਪੁਰਖ ਦਾ ਪਤਾ ਦੱਸ ਕੇ ਮੈਨੂੰ ਬ੍ਰਾਹਮਣ ਨੂੰ ਜਣਾ ਦਈਏ, ਸਮਝਾ ਦਈਏ, ਦੱਸ ਦਈਏ। ਕਿਰਪਾ ਧਾਰ ਬੋਲੇ ਗੁਣ ਖਾਨੀ, ਗੁਣਾ ਦੀ ਖਾਨ ਬਹੁਤੀ ਕਿਰਪਾ ਧਾਰ ਕੇ ਬ੍ਰਾਹਮਣ ਨੂੰ ਬਚਨ ਬੋਲੇ ਐ। ਤਜਹ ਝੂਠ ਬੋਲਣ ਕੀ ਬਾਨੀ, ਮਹਾਰਾਜ ਕਹਿੰਦੇ ਬ੍ਰਾਹਮਣ ਅਸੀਂ ਤੇ ਤੈਨੂੰ ਇਹ ਕਹਿੰਦੇ ਆ ਵੀ ਆ ਜਿਹੜਾ ਤੂੰ ਸਮਾਧੀ ਝੂਠੀ ਲਾ ਕੇ ਅੱਖਾਂ ਬੰਦ ਕਰਕੇ ਲੋਕਾਂ ਨੂੰ ਭੇਖ ਦਿਖਾਉਂਦਾ ਹੈ ਨਾ ਕਿ ਮੈਂ ਤਿੰਨੇ ਲੋਕਾਂ ਦਾ ਗਿਆਤਾ ਹਾਂ, ਇਹ ਝੂਠ ਜਿਹੜਾ ਬੋਲਣਾ ਛੱਡ ਦੇ, ਝੂਠ ਦੀ ਬੋਲੀ ਛੱਡ ਦੇ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਜਿਵੇਂ ਬਾਬਾ ਫਰੀਦ ਜੀ ਵੀ ਕਹਿੰਦੇ ਵੀ ਸੱਚ ਬੋਲੀਏ, ਸੱਚ ਦਾ ਹੀ ਧਰਮ ਦਾ ਨਿਆਂ ਕਰੀਏ, ਝੂਠ ਨਾ ਬੋਲੀਏ ਕੁਝ ਹੋ ਜਾਏ। ਅਤੇ ਇਸੇ ਤਰ੍ਹਾਂ ਜਿਵੇਂ ਦਸਮ ਪਿਤਾ ਜੀ ਕਹਿੰਦੇ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਸ ਨਰਕ ਮੋ ਲੀਨ। ਵੀ ਲੋਕਾਂ ਨੂੰ ਭੇਖ ਦਿਖਾਉਂਦੇ ਹੈ, ਬਸ ਵਿੱਚ ਕੀਤਾ ਹੋਇਆ ਹੈ, ਅਤੇ ਅੰਤ ਨੂੰ ਫਿਰ ਜਿਹੜੀ ਕਾਲ ਰੂਪੀ ਕੈਂਚੀ ਨਾਲ ਕੱਟੇ ਜਾਂਦੇ ਅਤੇ ਨਰਕਾਂ ਵਿੱਚ ਨਿਵਾਸ ਲੈਂਦੇ ਹੈ। ਅਤੇ ਮਹਾਰਾਜ ਉਹੀ ਇੱਥੇ ਕਹਿ ਰਹੇ ਵੀ ਬ੍ਰਾਹਮਣ ਝੂਠ ਛੱਡ ਦੇ ਅਤੇ ਇਹ ਬੋਲੀ ਛੱਡ ਦੇ, ਸੱਚ ਬੋਲਿਆ ਕਰ। ਸੁਧ ਆਤਮੈ ਜਪ ਹਰ ਨਾਮ, ਆਤਮੈ ਜਿਹੜਾ ਆਪਣੇ ਮਨ ਨੂੰ ਸ਼ੁੱਧ ਨਾਲ, ਸ਼ੁੱਧਤਾਈ ਨਾਲ, ਸ਼ੁੱਧ ਮਨ ਨਾਲ ਹਰ ਹਰ ਵਾਹਿਗੁਰੂ ਨਾਮ ਨੂੰ ਜਪਣਾ ਕਰ। ਤਜਹੁ ਪਖੰਡ ਕੇਰ ਸਭ ਕੰਮ, ਪਖੰਡ ਦੇ ਸਾਰੇ ਜਿੰਨੇ ਤੂੰ ਕੰਮ ਕਰਦਾ ਸਵੇਰੇ ਰੋਜ਼ ਆ ਕੇ ਸਾਰੇ ਛੱਡ ਦਿਓ। ਸਾਧ ਹੀ ਕਰੀਏ ਸਾਚ ਵਖਾਨਾ, ਹਮੇਸ਼ਾ ਹੀ ਕੁਝ ਹੋ ਜਾਏ ਸੱਚ ਹੀ ਕਹਿਣਾ ਕਰੀਏ, ਝੂਠ ਨਾ ਬੋਲੀਏ। ਕਰਵਾ ਵਹ ਸ੍ਰੀ ਪ੍ਰਭ ਗੁਜ਼ਰਾਨਾ, ਜੇ ਤੂੰ ਐਸਾ ਕਰੇਗਾ ਸੋਭਾ ਵਾਲਾ ਪਰਮਾਤਮਾ ਤੇਰੀ ਆਪੇ ਗੁਜਰਾਨ ਕਰਾਏਗਾ। ਉਹ ਜਿੱਥੇ ਇੰਨੇ ਜੀਆਂ ਦੀ ਕਰਦੇ ਹੈ ਤੇਰੀ ਨਹੀਂ ਕਰੇਗਾ, ਤੇਰਾ ਵੀ ਉਹ ਕਰੇਗਾ ਹੀ ਮਾਲਕ। ਜੋ ਕਰਤਾ ਸਭ ਕੀ ਪ੍ਰਤਪਾਲਾ, ਜੋ ਪਰਮਾਤਮਾ ਸਭ ਦੀ ਪ੍ਰਤਪਾਲਣਾ ਕਰਦਾ ਹੈ, ਜੋ ਸਾਰਿਆਂ ਨੂੰ ਦੇ ਰਿਹਾ ਹੈ, ਜੋ ਪੱਥਰਾਂ ਵਿੱਚ ਵੀ ਦੇ ਰਿਹਾ ਹੈ, ਜੋ ਜਲ ਵਿੱਚ ਦੇ ਰਿਹਾ ਹੈ, ਉਹ ਤੇਰੀ ਪ੍ਰਤਪਾਲਣਾ ਕਰੇਗਾ ਹੀ ਨਾ ਬ੍ਰਾਹਮਣ। ਕਿਆ ਤਮ ਕੋ ਨਹ ਦੇਹ ਆਹਾਰਾ, ਕਿ ਤੈਨੂੰ ਕੀ ਉਹ ਪਰਮਾਤਮਾ ਭੋਜਨ ਨਹੀਂ ਦੇਗਾ ਜਿੱਥੇ ਇੰਨਿਆਂ ਨੂੰ ਦੇ ਰਿਹਾ। ਉਹਦੇ ਮਾਲਕ ਰੋਜੀ ਹੀ ਰਾਜ ਬਲੋਕਤ ਰਾਜ ਗਰੋਖ ਰੂਹਾਨ ਕੀ ਰੋਜੀ ਨਾ ਟਾਰੈ। ਉਹ ਤੇ ਜੀਵਾਂ ਦੇ ਮੰਦੇ ਚੰਗੇ ਕੰਮ ਸਾਰੇ ਦੇਖ ਰਿਹਾ, ਕਿਹੋ ਜਿਹੀਆਂ ਕਰਤੂਤਾਂ ਅਸੀਂ ਕਮਾ ਰਹੇ ਹਾਂ, ਪਰ ਪਰਮਾਤਮਾ ਕਦੀ ਗੁੱਸਾ ਨਹੀਂ ਕਰਦਾ, ਕਹਿੰਦਾ ਦੇਈ ਜਾਓ ਕੋਈ ਗੱਲ ਨਹੀਂ, ਜੋ ਕਰਦੇ ਆਪੇ ਭਰ ਲੈਣਗੇ, ਕਰਮਾਂ ਸਾਰੀ ਫਲ ਹੈ, ਜਿਹੋ ਜਿਹਾ ਬੀਜ ਬੀਜੀ ਜਾਣਗੇ ਉਹੋ ਜਿਹਾ ਵੱਢ ਲੈਣਗੇ, ਪਰ ਰੋਜੀ ਰੋਟੀ ਤੋਂ ਕਿਸੇ ਨੂੰ ਖਾਲੀ ਨਹੀਂ ਰੱਖਦਾ। ਐਵੇਂ ਬ੍ਰਾਹਮਣ ਉਹ ਪਰਮਾਤਮਾ ਕੀ ਤੈਨੂੰ ਨਹੀਂ ਦੇਗਾ ਭੋਜਨ। ਦੋਹਰਾ ਦਿਜ ਕਹਿ ਕੂਰ ਬਹੀਨ ਜਗ, ਇਹ ਬ੍ਰਾਹਮਣ ਨੇ ਬਿਲਕੁਲ ਸੱਚੀ ਗੱਲ ਹੀ ਸਾਧ ਸੰਗਤ ਜੀ ਕਹੀ ਹੈ। ਉਹ ਗੱਲ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਇਹ ਸੰਸਾਰ ਦੇ ਵਿੱਚ ਝੂਠ ਤੋਂ ਬਿਨਾ ਚੱਲੈ ਨਾ ਕਬ ਗੁਜ਼ਰਾਨਾ, ਕਲਯੁਗ ਦੇ ਸਮੇਂ ਵਿੱਚ ਮਾਰਿਆ ਗੁਜ਼ਾਰਾ ਕਦੀ ਨਹੀਂ ਚੱਲਦਾ, ਝੂਠ ਤੋਂ ਬਿਨਾ ਮੰਨਦੇ ਕਿੱਥੇ ਲੋਕ। ਸਭ ਪਖੰਡ ਕੋ ਪੂਜਈ, ਅੱਜ ਜੋ ਮੈਂ ਪਖੰਡ ਕਰਦਾ ਨਾ ਮਹਾਰਾਜ ਆ ਕੇ ਸਾਰੇ ਜਾਣੇ ਇਹ ਕਲਯੁਗ ਦੇ ਲੋਕ ਪਖੰਡ ਨੂੰ ਪੂਜਦੇ ਹੈ। ਜਿਹੜਾ ਪਖੰਡ ਕਰਦਾ ਕਹਿੰਦੇ ਬੜਾ ਤਗੜਾ ਗਿਆਨੀ ਸੰਤ ਮਹਾਂਪੁਰਸ਼ ਹੈ ਇਹ, ਸਾਚ ਨਾ ਸਕਹਿ ਪਛਾਨਾ, ਤੇ ਜੋ ਸੱਚੇ ਦਿਲੋਂ ਪਰਮਾਤਮਾ ਦਾ ਸੱਚਾ ਸੁੱਚਾ ਨਾਮ ਵਾਹਿਗੁਰੂ ਜਪਦਾ ਹੈ ਉਹਨੂੰ ਤੇ ਪਛਾਣ ਹੀ ਨਹੀਂ ਸਕਦੇ। ਜੇ ਕੋ ਨਾਮ ਲੈ ਬਦਨਾਵੀ ਕਲ ਕੇ ਲਖਣ ਇਹੀ, ਕਿ ਜੇ ਕੋਈ ਨਾਮ ਲੈਂਦਾ ਤੇ ਉਹਦੀ ਬਦਨਾਮੀ ਕਰਦੇ। ਆ ਨਵਾਂ ਭਗਤ ਉੱਠਿਆ ਵੇਲੇ ਕਿੰਨੇ ਦਿਨ ਕੱਢਦਾ ਹੈ, ਵੇਲੇ ਥੋੜ੍ਹੇ ਦਿਨ ਦਾ ਹੀ ਪਰਾਉਣਾ ਹੈ, ਕਿੱਥੋਂ ਕੁ ਤੱਕ ਇਹਦੀ ਨਿਭਦੀ ਹੈ। ਇਹਨੇ ਤੇ ਪਖੰਡ ਫੜਿਆ, ਇਹਨੇ ਤੇ ਨੱਕ 'ਚ ਦਮ ਕੀਤੀ ਹੈ। ਐਵੇਂ ਜਿਹੜਾ ਨਾਮ ਜਪਦਾ ਉਹਦੀ ਬਦਨਾਮੀ ਕਰਦੇ ਹੈ। ਮਹਾਰਾਜ ਉਹਨਾਂ ਨੂੰ ਤੇ ਪਛਾਣ ਹੀ ਨਹੀਂ ਸਕਦੇ ਕਲਯੁਗ ਦੇ ਲੋਕ, ਪਖੰਡੀਆਂ ਦੇ ਪੈਰਾਂ ਵਿੱਚ ਜਾ ਡਿੱਗਦੇ ਪਖੰਡੀ ਲੋਕ। ਜੋ ਪਈ ਝੂਠ ਬੋਲ ਬਾਤ ਹੈ ਬਹੁ ਜਾਨ ਹੈ, ਆ ਸਮੇਂ ਦੇ ਵਿੱਚ ਜਿਹੜਾ ਝੂਠ ਬੋਲਦਾ ਹੈ ਤੇ ਬਹੁਤੀਆਂ ਗੱਲਾਂ ਕਰਨੀਆਂ ਜਾਣਦਾ,
ਜਕੜ ਮਾਰੀ ਜਾਂਦਾ ਰਾਤ ਦਿਨ। ਭੇਖ ਦਾੰਭ ਕੋ ਨਰ ਸਨਮਾਨ ਹੈ। ਤੇ ਪਖੰਡ ਦਾ ਭੇਖ ਧਾਰਦਾ ਹੈ, ਜਮਾ ਹੀ ਸੰਤ ਬਣ ਬਹਿੰਦਾ ਹੈ। ਲੋਕ ਬੜਾ ਸਨਮਾਨ ਕਰਦੇ, ਕਹਿੰਦੇ ਬ੍ਰਹਮ ਗਿਆਨੀ 108 ਦਾ ਸੀ ਆ ਗਿਆ ਹੈ। ਖੇਤ ਜੀਵ ਕਾ ਕੀਨ ਬਣਾਓ। ਤੇ ਮਹਾਰਾਜ ਇਹ ਜੋ ਕੁਝ ਮੈਂ ਕੀਤਾ ਹੈ ਤੇ ਆਪਣੇ ਪੇਟ ਪਾਲਣ ਵਾਸਤੇ, ਟੱਬਰ ਟੀਰ ਪਾਲਣ ਵਾਸਤੇ, ਉਪਜੀਵਕਾ ਵਾਸਤੇ ਬਣਾਉਣਾ ਕੀਤਾ ਹੈ। ਆ ਜਿੰਨੇ ਤਿਲਕ ਲਾਏ ਨਾ 12, ਇਹ ਮਹਾਰਾਜ ਮੇਰਾ ਪਖੰਡੀ ਹੈ। ਸੋ ਕਿਨ ਲੀਨਾ ਕਰ ਨਹਿ ਪਾਓ। ਤੇ ਇਹ ਤੇ ਮੈਂ ਸਾਰਾ ਭੇਖ ਮੂਰਤੀ ਅੱਗੇ ਰੱਖੀ ਸੀ, ਅੱਗੇ ਚੌਂਕੀ ਰੱਖੀ ਸੀ ਜਿਹਦੇ ਵਿੱਚ ਪੈਸੇ ਆਉਂਦੇ ਆ। ਸੱਚੇ ਪਾਤਸ਼ਾਹ ਉਹ ਕਿਸੇ ਨੇ ਲੈ ਲਿਆ ਲੱਗਦਾ। ਹੁਣ ਮੈਂ ਹੱਥ ਵਿੱਚ ਨਹੀਂ ਪਾ ਰਿਹਾ, ਮੇਰੇ ਹੱਥ ਵਿੱਚ ਨਹੀਂ, ਦੋਵੇਂ ਚੀਜ਼ਾਂ ਹੀ ਆ ਰਹੀਆਂ। ਸ੍ਰੀ ਗੁਰ ਕਹਿ ਦਿਜ ਤੂੰ ਬ੍ਰਿਤ ਰੋਕਤਾ। ਗੁਰੂ ਮਹਾਰਾਜ ਕਹਿਣ ਲੱਗੇ, ਬ੍ਰਾਹਮਣਾ ਤੂੰ ਤੇ ਬੜੀ ਬਿਰਤੀ ਰੋਕਦਾ ਮਨ ਦੀ। ਧਿਆ ਧਰਤ ਧਿਆਨ ਤ੍ਰੈਲੋਕ ਬਿਲੋਕਤਾ। ਤੇ ਜਦੋਂ ਧਿਆਨ ਧਰਦਾ ਅੱਖਾਂ ਬੰਦ ਕਰਕੇ ਤੇ ਤਿੰਨੇ ਲੋਕ ਹੀ ਵੇਖ ਲੈਂਦਾ ਹੈ, ਕਹਿੰਦਾ ਸੀ ਜਹ ਬੈਠਿਓ ਤੂੰ ਧਨ ਤਹ ਗਾਡਿਓ। ਬੜੀ ਅਚਰਜ ਵਾਲੀ ਗੱਲ ਹੈ ਵੀ ਤਿੰਨੇ ਲੋਕਾਂ ਨੂੰ ਤੂੰ ਤੱਕ ਲੈਣਾ, ਵੇਖ ਲੈਣਾ ਹੈ, ਪਰ ਜਿੱਥੇ ਬ੍ਰਾਹਮਣਾ ਤੂੰ ਬੈਠਾ ਹੈ ਇੱਥੇ ਤੇ ਧਨ ਗੱਡਿਆ ਹੈ। ਹੋਤੀ ਜੇ ਸੁਧ ਤਾਂ ਕਾਹੇ ਛਾਡਿਓ। ਜੇ ਤੈਨੂੰ ਤਿੰਨਾਂ ਲੋਕਾਂ ਦੀ ਖਬਰ ਸਾਰ ਹੈ, ਫਿਰ ਜਿਹੜਾ ਤੇਰੇ ਥੱਲੇ ਧਨ ਗੱਡਿਆ ਪਿਆ ਧਰਤੀ 'ਚ, ਉਹ ਤੂੰ ਕਿਸ ਤਰ੍ਹਾਂ ਛੱਡ ਦਿੱਤਾ, ਉਹ ਕਿਉਂ ਨਹੀਂ ਕੱਢਿਆ ਪਹਿਲਾਂ। ਧਰਨੀ ਖੁਨਕਾ ਦੇਖੋ ਪਾਛੇ। ਸਾਡਾ ਹੁਣ ਬਚਨ ਮੰਨ, ਧਰਤੀ ਵਿੱਚ ਜਿੱਥੇ ਤੂੰ ਬੈਠਾ ਤੇ ਟੋਇਆ ਫੁੱਟ ਕੇ ਫਿਰ ਪਿੱਛੋਂ ਦੇਖ। ਜੇ ਤੇਰੇ ਉਰ ਸੁਧ ਨਹਿ ਆਛੇ। ਜੇ ਤੇਰੇ ਹਿਰਦੇ ਵਿੱਚ ਚੰਗੀ ਤਰ੍ਹਾਂ ਖਬਰਸਾਰ ਨਹੀਂ ਹੈ, ਤੈਨੂੰ ਪੈਸੇ ਦਾ ਨਹੀਂ ਪਤਾ ਵੀ ਇੱਥੇ ਕਿੰਨਾ ਕੁ ਪੈਸਾ ਹੈਗਾ ਹੈ। ਸੁਨ ਕਾ ਧਨ ਕੋ ਕਰ ਅਨੁਰਾਗਾ। ਜਦੋਂ ਗੁਰੂ ਜੀ ਪਾਸੋਂ ਨੇ ਧਨ ਬਾਰੇ ਸੁਣਿਆ ਵੀ ਮਹਾਰਾਜ ਕਹਿੰਦੇ 7 ਪਾਤਸ਼ਾਹੀ ਦਾ ਧਨ ਤੇਰੀ ਪਿੱਠ ਪਿੱਛੇ ਇੱਥੇ ਗੱਡਿਆ ਹੋਇਆ ਧਰਤੀ ਵਿੱਚ, ਜਦੋਂ ਹੀ ਸੁਣਿਆ ਬੜਾ ਪ੍ਰੇਮ ਪਿਆਰ ਕਰਕੇ ਪਿੱਛੇ ਧਰਾ ਖਨਨ ਦਿਜ ਲਾਗਾ। ਬ੍ਰਾਹਮਣ ਉੱਠਿਆ ਝਟਪਟ, ਇਹਨੇ ਸੰਦ ਜਾ ਲਿਆਂਦਾ ਹੈ ਤੇ ਧਰਤੀ ਨੂੰ ਪਿੱਛੋਂ ਜਿੱਥੇ ਬੈਠਾ ਸੀ ਪਿਛਲੇ ਪਾਸੇ ਵਾਲੇ ਪਿੱਠ ਵਾਲੇ ਪਾਸੇ ਉੱਠ ਕੇ ਕੁੱਟਣ ਲੱਗ ਪਿਆ ਦੂਓ ਦੂ। ਦੋਹਰਾ ਦਰਬ ਨਿਕਾਸ ਹੈਰਾਨ ਪਾ। ਜਦੋਂ ਇਹ 2-4 ਟੱਪ ਮਾਰੇ ਹੈ, ਪੈਸਾ ਨਿਕਲ ਆਇਆ। ਮਹਾਰਾਜ ਦੀ ਤੇ ਕੜਾਈ ਸੀ, ਹੈਗਾ ਵੀ ਸੀ। ਉਹ ਪੈਸਾ ਵੇਖ ਕੇ ਤੇ ਬੜਾ ਹੈਰਾਨ ਹੋਇਆ। ਅੰਤਰਯਾਮੀ ਚੀਨਾ। ਬੜਾ ਜਾਣ ਲਿਆ ਵੀ ਇਹ ਗੁਰੂ ਨਾਨਕ ਸਾਹਿਬ ਜੋ ਸੰਤ ਆਏ ਹੋਏ ਨਾ, ਤੇ ਦਿਲਾਂ ਦੀਆਂ ਜਾਣਨ ਵਾਲੇ ਹੈ। ਅੰਤਰਜਾਮੀ ਜਾਣ ਲਿਆ ਹੈ। ਬਿਗਸੇ ਸ੍ਰੀ ਗੁਰ ਬਦਨ ਤੇ। ਇਹ ਪੈਸੇ ਵੇਖ ਕੇ ਬੜਾ ਖੁਸ਼ ਹੋਇਆ, ਖੁਸ਼ੀ ਚੜ੍ਹ ਗਈ ਪਿਆ ਤੇ ਚੰਗਾ ਹੀ ਸਮਾਂ ਬਣ ਗਿਆ। ਇਹਦੀ ਖੁਸ਼ੀ ਵੇਖ ਕੇ ਮਹਾਰਾਜ ਜੀ ਹੱਸਿਆ ਤੇ ਮੁਖ ਤੋਂ ਫਿਰ ਬਚਨ ਕਿਹਾ। ਸ਼ਬਦ ਬਖਾਨਨ ਕੀਨਾ। ਧਰਨਾਸਰੀ ਰਾਗ ਦੇ ਵਿੱਚ ਜਿਹੜਾ ਗੁਰੂ ਜੀ ਨੇ ਘੁਰਕੀ ਬਾਣੀ ਦਾ ਸ਼ਬਦ ਕਥਨ ਕੀਤਾ। ਧਰਨਾਸਰੀ ਮਹੱਲਾ ਪਹਿਲਾ ਘਰ ਤੀਜਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਕਾਲ ਨਾਹੀ ਜੋਗ ਨਾਹੀ। ਧਨਾਸਰੀ ਰਾਗ ਹੈ, ਮਹੱਲਾ ਪਹਿਲਾ, ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ। ਤੀਸਰੇ ਘਰ ਸੁਰਤਾਲ ਵਿੱਚ ਇਸ ਨੂੰ ਗਾਇਨ ਕੀਤਾ ਹੈ। ਇਸ ਦੀ ਮਰਿਆਦਾ ਹੈ ਇੱਕ ਜੋ ਅਦੁੱਤੀ ਬ੍ਰਹਮ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਦੀ ਕਿਰਪਾ ਕਰਕੇ ਐਸੇ ਪਰਮਾਤਮਾ ਦੀ ਪ੍ਰਾਪਤੀ ਹੈ। ਮਹਾਰਾਜ ਕਹਿੰਦੇ ਹੈ ਬ੍ਰਾਹਮਣ, ਜਿਵੇਂ ਕਿ ਸਤਿਯੁਗ 7, ਤ੍ਰੇਤਾ ਜੱਗੀ ਦੁਆਪਰ ਪੂਜਾ 4, तीनों युग तीनों दिड़े कल केवल नाम आधार। कलयुग ਦੇ ਵਿੱਚ ਇੱਕ ਨਾਮ ਦਾ ਆਸਰਾ ਹੈ। ਸਤਿਯੁਗ ਵਿੱਚ ਸਤ ਸੀ, ਤ੍ਰੇਤ 'ਚ ਜਗ, ਦੁਆਪਰ 'ਚ ਪੂਜਾ ਸੀ। ਮਹਾਰਾਜ ਕਹਿ ਰਹੇ ਹੈ ਵੀ ਹੇ ਬ੍ਰਾਹਮਣ, ਕਾਲ ਨਾਹੀ ਭਾਵ ਤ੍ਰੇਤੇ ਦਾ ਸਮਾਂ ਨਾ ਹੋਣੇ ਕਰਕੇ ਜਿਹੜੇ ਜਗ ਨਹੀਂ ਹੋ ਸਕਦੇ ਹੈ, ਜਗ ਨਹੀਂ ਹੋ ਰਿਹਾ। ਜੋਗ ਨਾਹੀ ਸਤਿਯੁਗ ਦਾ ਸਮਾਂ ਨਾ ਹੋਣੇ ਕਰਕੇ ਉਮਰਾਂ ਛੋਟੀਆਂ, ਯੋਗਾ ਅਭਿਆਸ ਨਾਲ ਪ੍ਰਾਣਾਯਾਮ ਦੇ ਰਾਹੀਂ ਦਸਮ ਦੁਆਰ ਵਿੱਚ ਵੀ ਸਵਾਸ ਹੀ ਚੜ੍ਹਾ ਛੱਡੀਏ, ਐਸਾ ਵੀ ਸਮਾਂ ਨਹੀਂ ਹੈ।
ਨਾ ਹੀ ਸਤ ਕਾ ਢੱਬ। ਤੇ ਦੁਆਪਰ ਦਾ ਸਮਾਂ ਨਾ ਹੋਣੇ ਕਰਕੇ ਵੀ ਸੱਚ ਬੋਲਣਾ ਹੈ, ਸੱਤ ਰੱਖਣਾ ਹੈ, ਇਸ ਦਾ ਵੀ ਢੱਬ ਤਰੀਕਾ ਆ ਨਹੀਂ ਰਿਹਾ ਕਿਸੇ ਨੂੰ। ਥਾ ਨਸ਼ਟ ਜਗ ਭ੍ਰਿਸ਼ਟ ਹੋਏ। ਜਿਸ ਸੰਸਾਰ ਦੇ ਵਿੱਚ ਜਿੰਨੇ ਇਸ਼ਟ ਦੇਵਤਿਆਂ ਦੇ ਸਥਾਨ ਹੈ, ਉੱਥੇ ਉਹਨਾਂ ਵਿੱਚ ਰਹਿਣ ਵਾਲੇ ਸ਼ਰਾਬੀ, ਕਬਾਬੀ, ਵਿਭਚਾਰੀ, ਦੰਭੀ, ਪਖੰਡੀ, ਵਿਸ਼ੇ ਭੋਗਣ ਵਾਲਿਆਂ ਕਰਕੇ ਸਾਰੇ ਥਾਂ ਭ੍ਰਿਸ਼ਟੀ ਹੋ ਰਹੇ ਹੈ। ਡੁੱਬਤਾ ਇਵ ਜਗ। ਇਵੇਂ ਜੱਗ ਜਿਹੜਾ ਡੁੱਬਦਾ ਜਾ ਰਿਹਾ, ਜਾਂ ਜੱਗ ਜੀਵ ਡੁੱਬ ਰਿਹਾ ਪਖੰਡ ਕਰ ਕਰਕੇ ਬਹੁਤੇ। ਕਲ ਮਹਿ ਰਾਮ ਨਾਮ ਸਾਰ। ਇਸ ਕਰਕੇ ਇਹ ਪੰਡਿਤ ਬ੍ਰਾਹਮਣ ਕਲਯੁਗ ਦੇ ਵਿੱਚ ਰਮੇ ਹੋਏ ਪਰਮਾਤਮਾ ਦਾ ਨਾਮ ਹੀ ਸ੍ਰੇਸ਼ਟ ਹੈ, ਉਹੀ ਉਹ ਮਹਾਨ ਹੈ। ਕਲਯੁਗ ਮਹਿ ਰਾਮ ਨਾਮ ਉਰ ਧਾਰ। ਕਲਯੁਗ ਮਹਿ ਰਾਮ ਨਾਮ ਹੈ ਸਾਰ। ਕਲ ਮਹਿ ਰਾਮ ਨਾਮ ਵਡਿਆਈ। ਇਹ ਕਲਯੁਗ ਦੇ ਵਿੱਚ ਪਰਮੇਸ਼ਰ ਦਾ ਨਾਮ ਹੀ ਸ੍ਰੇਸ਼ਟ ਹੈ। ਅਬ ਕਲੂ ਆਇਓ ਰੇਕ ਨਾਮ ਬੋਬਹੋ ਬੋਬਹੋ, ਮਤ ਭਰਮ ਭੂਲੋ ਭੂਲੋ, ਅਨਰੂਧ ਨਾਹੀ ਨਾਹੀ। ਹੋਰ ਕੋਈ ਰੁੱਤ ਨਹੀਂ ਹੈ, ਕਲਯੁਗ ਦੇ ਸਮੇਂ ਵਿੱਚ ਨਾਮ ਹੀ ਮਹਾਨ ਹੈ। ਬ੍ਰਾਹਮਣਾ ਅੱਖੀ ਤਾਂ ਮੀਟ ਹੈ, ਨਾਕ ਪਕੜ ਹੈ। ਆ ਤੇਰੇ ਵਰਗੇ ਅੱਖਾਂ ਨੂੰ ਮੀਟ ਲੈਂਦੇ, ਬੰਗਲਿਆਂ ਵਾਂਗ, ਬਿੱਲਿਆਂ ਵਾਂਗ ਅੱਖਾਂ ਮੀਟ ਲੈਂਦੇ ਹੈ, ਤੇ ਨੱਕ ਪਕੜ ਲੈਂਦੇ, ਪਖੰਡ ਕਰਦੇ ਵੀ ਅਸੀਂ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ। ਠੱਗਨ ਕੋ ਸੰਸਾਰ। ਸੰਸਾਰ ਨੂੰ ਠੱਗਣ ਵਾਸਤੇ ਵੀ ਸਵਾਸ ਤਾਂ ਚੜ੍ਹਾ ਰਹੇ, ਪ੍ਰਾਣਾਯਾਮ ਦੇ ਰਹੇ, ਪੂਰਕ ਕੁੰਭਕ ਰੇਚਕ ਕਰ ਰਹੇ ਹਾਂ, ਤੇ ਅੱਖਾਂ ਮੀਟ ਲੈਂਦੇ ਸੰਸਾਰ ਨੂੰ ਠੱਗਣ ਵਾਸਤੇ ਵੀ ਤਿੰਨੇ ਲੋਕ ਵੇਖ ਰਹੇ ਆ। ਲੋਕੋ ਰਹਾਉ ਚੌਪਈ ਸ੍ਰੀ ਗੁਰ ਕਹਾ ਸਨਹਾ ਦਿਜ ਕਾਨਾ। ਗੁਰੂ ਸਾਹਿਬ ਜੀ ਕਹਿਣ ਲੱਗੇ, ਹੇ ਬ੍ਰਾਹਮਣਾ ਕੰਨ ਦੇ ਕੇ ਧਿਆਨ ਨਾਲ ਸੁਣ ਬਚਨ। ਦੁਖ ਦਾ ਲਖੋ ਪਖੰਡ ਨਿਧਾਨਾ। ਜਿਹੜੇ ਆ ਪਖੰਡ ਕਰਨੇ ਆ ਨਾ, ਇਹ ਅੰਤ ਨੂੰ ਬੜੇ ਦੁਖਦਾਈ ਹੈ, ਦੁੱਖ ਦੇਣ ਵਾਲੇ ਜਾਣ ਲਾ, ਸਮਝ ਲਾ। ਜਬ ਹੈ ਆਨ ਜਮ ਪਕੜ ਚਲਾਵਹਿ। ਜਦੋਂ ਜਮ ਆ ਕੇ ਪਕੜ ਚਲਾਉਂਦਾ ਨਾ, ਅੱਗੇ ਲਾ ਕੇ ਘਸੁੰਨ ਮੁੱਕੀਆਂ ਮਾਰ ਕੇ ਖੜਦਾ ਹੈ। ਡੰਡੇ ਮੂੰਡ ਲੱਗ ਹੈ ਬਿਰਲਾਵਹਿ। ਜਦੋਂ ਇਹਦੇ ਸੀਸ ਮੂੰਡ ਕਈ ਇਹਦੀ ਸੀਸ ਦੇ ਉੱਪਰ ਡੰਡੇ ਲੱਗਦੇ ਜੰਮਦੇ, ਬੜਾ ਮਨੁੱਖ ਰੋਂਦਾ ਹੈ। ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮਹਿ ਲਾਗੈ। ਫਿਰ ਕਹਿੰਦਾ ਓਹੋ ਬਹੁਤ ਪਖੰਡ ਕੀਤੇ, ਠੱਗੀਆਂ ਕੀਤੀਆਂ, ਮੰਨੀ ਨਹੀਂ ਕਿਸੇ ਦੀ, ਮਨਮਾਤੀ ਕਰਦੇ ਰਹੇ ਆ, ਪਖੰਡ ਕਰਦੇ। ਬਾਕ ਜਿਉ ਬੈਠੈ ਲਾਏ ਧਿਆਨਾ। ਜਿਵੇਂ ਆ ਬੰਗਲਾ ਧਿਆਨ ਲਾਉਂਦਾ, ਮੱਛੀ ਫੜ ਲਈ, ਐਵੇਂ ਜਿਹੜੇ ਤੇਰੇ ਵਰਗੇ ਧਿਆਨ ਲਾਉਂਦੇ ਤੇ ਬੈਠਦੇ ਐ। ਸਭ ਮਹਿ ਮੁਖ ਤੇ ਕਥਹਿਤ ਗਿਆਨਾ। ਸਾਰਿਆਂ ਵਿੱਚ ਮੁੱਖੋਂ ਗਿਆਨ ਕਥਨ ਕਰਦੇ हैं। जे संसार तो मिथ्या है तीनों समय में, इसलिए हमने इस संसार को त्याग दिया है, आप भी त्याग दो, भजन बंदगी करो। ऐसा जो ज्ञान कथन करते हैं कि हमको तो तीनों लोग सूझते हैं। हे ब्राह्मणा धन कारण सब कीन उपाय। ये धन वास्ते सारे ਉਪਰਾਲੇ ਯਤਨ ਤੇਰੇ ਵਰਗੇ ਕੀਤੇ ਐ ਤੇ ਕਰਦੇ ਐ। ਮਨ ਸਦੀਵ ਲੋਭਹਿ ਡਹਕਾਈ। ਮਨ ਤੇ ਹਮੇਸ਼ਾ ਲੋਭ ਲਾਲਚ ਵਿੱਚ ਹੀ ਭਰਮ ਰਿਹਾ। ਲੱਭ ਕੁੱਤਾ ਕੂੜ ਚੂੜਾ ਹੀ ਚੰਬੜੇ ਹੋਏ ਤੇਰੇ ਵਰਗਿਆਂ ਨੂੰ। ਕਾਹੇ ਮਹਾਰਾਜ ਕਹਿੰਦੇ ਦਸਮ ਪਿਤਾ ਜੀ, ਕਾਹੇ ਕੋ ਡਿੰਬ ਕਰੇ ਮਨ ਮੂਰਖ, ਡਿੰਬ ਕਰੇ ਆਪਣੀ ਪਤ ਖੁਆ ਹੈ। काहे को लोग ठगे ठग लोगन, लोक गयो पर लोग गए हैं। दीन दयाल की ठौर जहाँ ते ठौर बखै ते ठौर ना है। चेतरे अचेत अचेत महाजड़ भेख के किने अलेखना पै हैं। भेख नाल कीतिया महाराज कहते जिहड़ा लेखे तो रहत परमात्मा वो नहीं पै सकता। काहे को पूजत पाहन को कछ पाहन में परमेश्वर नाही। अब पत्थर विच परमेश्वर नहीं हैगा। कहा भयो जो दो मूंद कै बैठ रहे हो बग ध्यान लगायो। नहात फिरो दिए सात समुंदरन, लोक गयो पर लोक गवायो। बास कियो बख्यान सो बैठ कै, ऐसी ही ऐसे सो ध्यान लगायो। ऐसे ही ऐसे सो बैस बितायो। साच कहो सुन लिहो सवै, जिन प्रेम कियो तिन ही प्रभ पायो। ये परमेश्वर की भगती प्रेम नाल हुंदी है। ਐਵੇਂ ਭਗਤੀ ਨਹੀਂ ਹੁੰਦੀ ਪਖੰਡ ਕਰਨ ਨਾਲ। ਬ੍ਰਾਹਮਣਾ ਜਿਵੇਂ ਤੂੰ ਲਾਲਚੀ ਕਰੀ ਜਾਂਦਾ, ਲੋਭ ਦੀ ਲਹਿਰ ਵਿੱਚ ਭਰਮ ਰਿਹਾ ਮਰ ਰਿਹਾ ਹੈ।
ਇਹ ਬਿਡੰਬਨਾ ਤਬ ਗਲ ਪੈ ਇਹ ਹੈ ਜਿਹੜੀ ਤੂੰ ਠੱਗੀਆਂ ਜੀਆਂ ਕਰਦਾ ਨਾ, ਇਹ ਪਖੰਡ ਕਰਕੇ ਠੱਗੀ ਅੰਤ ਨੂੰ ਗਲ ਪੈ ਜਾਏਗੀ। ਅੰਤ ਕਾਲ ਮਹਿ ਬਹੁ ਦੁਖਦਾ ਹੈ ਅੰਤ ਕਾਲ ਨੂੰ ਇਹ ਪਰਪੰਚ ਛਲ ਫਰੇ ਬਹੁਤ ਦੁੱਖ ਦੇਣਗੇ। ਜਿਹੜੇ ਛਲ ਕਰਦਾ ਹੈ ਬਹੁ ਪਰਪੰਚ ਕਰ ਪਰਤਾਂ ਲਿਆਵੈ, ਸੁਤਦਾਰਾ ਪੈ ਆਂਦ ਲਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀਵ ਪਹਿ ਲੀਜੈ। ਐਸਾ ਕੰਮ ਮੂਰੇ ਨਾ ਕੀਚੇ ਜਿਤ ਅੰਤ ਪਛੋਤਾਈਐ। ਬੜਾ ਦੁੱਖ ਮਿਲੇਗਾ ਅੰਤ ਨੂੰ ਬ੍ਰਾਹਮਣਾ। ਕਲੀ ਕਾਲ ਕੇ ਪਹਿਰੇ ਮਾਹੀ ਇਹ ਕਲਯੁਗ ਦਾ ਜਿਹੜਾ ਸਮਾਂ ਹੈ ਨਾ, ਇਹਦੇ ਕਲਯੁਗ ਦੇ ਸਮੇਂ ਵਿੱਚ ਨਾਮ ਬਹੀਨਾ ਸਾਰ ਕਿਛ ਨਾਹੀ ਨਾ ਪਰਮੇਸ਼ਰ ਤੇ ਬਿਨਾ ਕੁਝ ਸਾਰ ਸ੍ਰੇਸ਼ਟ ਹੈਗਾ ਨਹੀਂ ਹੈ। ਬਿਨ ਹਰ ਭਜਨ ਨਹੀਂ ਛੁਟਕਾਰਾ, ਪਰਮਾਤਮਾ ਦੇ ਭਜਨ ਤੋਂ ਬਿਨਾ ਛੁਟਕਾਰਾ ਨਹੀਂ ਹੈ ਬ੍ਰਾਹਮਣ। ਤਾਟ ਤੀਰਥ ਦਿਵਾਲੇ ਦੇਵਾ ਤੀਰਥਾਂ ਦੇ ਕਿਨਾਰੇ ਤੇ ਜਿਹੜੇ ਦੇਵਤਿਆਂ ਦੇ ਦਿਵਾਲੇ ਕਈਏ ਮੰਦਰ ਹਨ। ਏਕ ਨਾਮ ਬਿਨ ਬਿਰਥੀ ਸੇਵਾ ਜੇ ਉੱਥੇ ਕੋਈ ਬ੍ਰਾਹਮਣ ਜਾ ਕੇ ਜਾਂ ਲੋਕ ਜਾ ਕੇ ਨਾਮ ਨਹੀਂ ਨਾ ਜਪਦੇ ਤੇ ਠਾਕਰਾਂ ਦੀ ਪੂਜਾ ਤਿਲਕ ਦੇਈ ਜਾਂਦੇ, ਲਾਈ ਜਾਂਦੇ, ਆਪਣੇ ਆਪ ਨੂੰ ਸੇਵਾ ਨਹੀਂ ਕਰਦੇ, ਉਹ ਨਾਮ ਤੋਂ ਬਿਨਾ ਸਾਰੀ ਸੇਵਾ ਵਿਅਰਥੀ ਹੈ। ਕਿਸ ਕੰਮ ਹੈ ਸੇਵਾ ਨਾਮ ਤੋਂ ਬਿਨਾ। ਅਬ ਕੇ ਸਮੇਂ ਮੁਕਤ ਜੇ ਚਾਹੇ ਕਿਉਂਕਿ ਆ ਹੁਣ ਕਲਯੁਗ ਦੇ ਸਮੇਂ ਵਿੱਚ ਜੇ ਵੀ ਬ੍ਰਾਹਮਣ ਕੋਈ ਮੁਕਤੀ ਚਾਹੇ ਚਾਹੁੰਦਾ ਹੈ, ਨਾਮ ਵਡਾਈ ਕੋ ਅਵਗਾਹੇ ਉਹ ਨਾਮ ਦੀ ਵਡਿਆਈ ਵਿੱਚ ਹੀ ਨਿਮਗਨ ਹੋਏ, ਇਹਦੇ ਵਿੱਚ ਲੀਨ ਹੋਵੇ, ਨਾਮ ਨੂੰ ਜਪੇ। ਨਾਮ ਤੋਂ ਬਿਨਾ ਇੱਤਾ ਕੋਈ ਤਰਿਆ ਨਹੀਂ, ਨਾਮ ਬਿਨਾ ਕਹੋ ਕੋ ਤਰਿਆ ਬ੍ਰਾਹਮਣ। ਦੰਭਹਿ ਕੀ ਪੂਜਾ ਸਭ ਤਜੀਏ ਇਸ ਕਰਕੇ ਜਿਹੜੀ ਆ ਪਖੰਡ ਦੀ ਪੂਜਾ ਤੂੰ ਲੈਣਾ ਇਹ ਸਾਰੀ ਛੱਡ ਦਈਏ। ਵੈ ਨਿਹ ਕਪਟ ਕਾਮ ਕੋ ਭਜੀਏ ਨਿਸ਼ਕਪਟ ਹੋ ਕੇ ਨਿਰਛਲ ਛਲ ਪ੍ਰੇਮ ਤੋਂ ਰਹਿਤ ਹੋ ਕੇ ਵਾਹਿਗੁਰੂ ਵਾਹਿਗੁਰੂ ਨਾਮ ਦਾ ਹੀ ਭਜਨ ਸਿਮਰਨ ਕਰੀਏ। ਲਿਵ ਲਾਵੋ ਨਿਸ ਦਿਨ ਸ੍ਰੀ ਨਾਮੋ ਜਿਹੜੀ ਰਾਤ ਦਿਨ ਆਪਣੇ ਜਿਹੜੇ ਮਨ ਦੀ ਲੇਵ ਹੈ ਸੋਭਾ ਵਾਲੇ ਵਾਹਿਗੁਰੂ ਨਾਮ ਵਿੱਚ ਹੀ ਲਾਓ। ਜੇ ਦਿਜ ਤੂੰ ਕਰ ਹੈ ਅਸ ਕੰਮ ਹੇ ਬ੍ਰਾਹਮਣ, ਜੇ ਤੂੰ ਐਸਾ ਕੰਮ ਸਾਡਾ ਬਚਨ ਕਰਕੇ ਕਰੇਗਾ, ਛੇਤੀ ਨਾਲ ਨਾਮ ਵਿੱਚ ਆਪਣੀ ਲਿਵ ਲਾਏਗਾ, ਦੋਨੋਂ ਲੋਕ ਬਿਖੈ ਸੁਖ ਪਾਹੀ ਫਿਰ ਤੂੰ ਦੋਵਾਂ ਲੋਕਾਂ ਵਿੱਚ ਹੀ ਸੁਖ ਪਾਏਗਾ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਕਲਯੁਗ ਦੇ ਸਮੇਂ ਜਿਹੜੇ ਕਲਯੁਗ ਦੇ ਵਿੱਚ ਕਲੇਸ਼ ਪੈਂਦੇ ਇਹ ਵੀ ਕੱਟੇ ਜਾਣਗੇ। ਇਸੇ ਤਰ੍ਹਾਂ ਕਲ ਕਲੇਸ਼ ਜੋ ਕਲਯੁਗ ਦੇ ਕਲੇਸ਼ਾਂ ਵਰਗਾ ਪਰਲੋਕ ਵਿੱਚ ਦੁੱਖ ਹੈ ਉਹ ਵੀ ਤੇਰੇ ਮਿਟ ਜਾਣਗੇ, ਸੁਖ ਪਾਏਗਾ। ਰਿੱਧ ਸਿੱਧ ਆਵਹਿ ਕਰ ਮਾਹੀ ਫਿਰ ਤੇ ਤੇਰੇ ਰਿੱਧੀਆਂ ਸਿੱਧੀਆਂ 18 ਸ਼ਕਤੀਆਂ ਤੇਰੇ ਹੱਥਾਂ ਵਿੱਚ ਹੀ ਆ ਜਾਣਗੀਆਂ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਰਦੇ ਸਦਾ ਵਸਾਏ। ਹਾਥ ਬਾਂਧ ਕੈ ਪੁਨ ਦਿਜ ਭਾਖਾ ਇਹ ਬ੍ਰਾਹਮਣ ਨੇ ਦੋਵੇਂ ਹੱਥ ਜੋੜ ਕੇ ਫਿਰ ਕਿਹਾ, ਕਹਿਰ ਸੰਤ ਕਿਨ ਯਾ ਧਨ ਰਾਖਾ ਕਹੋ ਸੰਤ। ਕਹਿਣ ਲੱਗਾ ਸੰਤ ਜੀ ਮੈਨੂੰ ਇੱਕ ਗੱਲ ਦੱਸੋ ਵੀ ਆ ਸੱਤ ਪਾਤਸ਼ਾਹਾਂ ਦਾ ਜਿਹੜਾ ਖਜ਼ਾਨਾ ਉਹ ਕਿਸ ਨੇ ਰੱਖਿਆ ਹੋਇਆ ਹੈ? ਕਿਸ ਪ੍ਰਕਾਰ ਤੁਮਨ ਇਹ ਦੇਖਾ ਤੇ ਮੈਂ ਇੱਥੇ ਰੋਜ਼ ਹੀ ਬੈਠਦਾ ਅੱਜ ਤੱਕ ਨਹੀਂ ਦੇਖ ਸਕਿਆ। ਸੰਤ ਜੀ ਤੁਸੀਂ ਦੱਸੋ ਕਿਸ ਤਰ੍ਹਾਂ ਇਹ ਧਨ ਨੂੰ ਦੇਖਿਆ ਹੈ? ਮੋਕੋ ਅਚਰਜ ਹੋਤ ਬਸੇਖਾ ਮੈਨੂੰ ਤੇ ਬੜਾ ਆਸ਼ਚਰਜ ਵਿਸ਼ੇਸ਼ ਕਰਕੇ ਅਚਰਜਤਾ ਹੈਰਾਨੀ ਹੁੰਦੀ ਪਈ ਹੈ ਵੀ ਮੈਂ ਇੱਥੇ ਰੋਜ਼ ਹੀ ਬੈਠਦਾ ਅੱਜ ਤੱਕ ਮੈਨੂੰ ਪਤਾ ਨਹੀਂ ਲੱਗਾ ਤੁਸੀਂ ਕਿਵੇਂ ਵੇਖ ਲਿਆ ਮਹਾਰਾਜ ਸੰਤ ਜੀ? ਮੁਝੈ ਬਿਰਤੰਤ ਬਤਾਵਹੁ ਸਾਰਾ ਮੈਨੂੰ ਸਾਰਾ ਇਹ ਪ੍ਰਸੰਗ ਬਿਰਤਾਂਤ ਦੱਸੋ ਵੀ ਤੁਹਾਨੂੰ ਕਿਵੇਂ ਪਤਾ ਲੱਗਾ ਇਸ ਗੱਲ ਦਾ? ਸੁਨਤ ਸ਼ਬਦ ਪਦ ਦਤੀ ਉਚਾਰਾ ਸੁਣ ਕੇ ਇਸ ਬ੍ਰਾਹਮਣ ਤੋਂ ਮਹਾਰਾਜ ਨੇ ਸ਼ਬਦ ਦਾ ਜਿਹੜਾ ਦੂਸਰਾ ਪਦ ਹੈ ਪੌੜੀ ਉਚਾਰਨ ਕੀਤੀ ਹੈ। ਸ੍ਰੀ ਮੁਖ ਵਾਕ ਆਟ ਸੇਤੀ ਨਾਕ ਪਕੜ ਹੈ। ਮਹਾਰਾਜ ਕਹਿੰਦੇ ਆ ਵੀ ਹੇ ਬ੍ਰਾਹਮਣ ਵੀ ਤਿੰਨਾਂ ਲੋਕਾਂ ਦਾ ਕੋਈ ਗਿਆਨ ਤੇ ਤੇਰੇ ਵਰਗਿਆਂ ਨੂੰ ਹੈਗਾ ਨਹੀਂ ਹੈ। ਉਂਝ ਪਖੰਡ ਕਰ ਲਈ ਇਹ ਚੀਜ਼ਾਂ ਕਰਦੇ ਆ। ਆਂਟ ਸੇਤੀ ਨਾਕ ਪਕੜ ਹੈ। ਆਂਟ ਕਹੀਦਾ ਗੰਢ ਨੂੰ ਵੀ ਆ ਗੂਠੇ ਦੇ ਨਾਲ ਦੀਆਂ ਜਿਹੜੀਆਂ ਦੋ ਉਂਗਲਾਂ ਸੱਜੀ ਨਾਸ ਸੱਜੇ ਨੱਕ ਦੇ ਸੁਰਾਖ ਤੇ ਗੂਠਾ ਰੱਖ ਲੈਣਾ ਤੇ ਦੋ ਉਂਗਲਾਂ ਨੂੰ ਜਿਹੜੀਆਂ ਗੂਠੇ ਦੇ ਨਾਲ ਦੀਆਂ ਵਿਚਕਾਰਲੀ ਤੇ ਗੂਠੇ ਨਾਲ ਦੀ ਇਹ ਖੱਬੀ ਨਾਸ 'ਤੇ ਰੱਖ ਲੈਣਾ।
ਇਵੇਂ ਨੱਕ ਪਕੜ ਲੈਂਦੇ ਆ ਤੇਰੇ ਵਰਗੇ ਅਤੇ ਪ੍ਰਾਣਾਯਾਮ ਦੀ ਵਿਧੀ ਕਰਦੇ ਲਈ ਲੋਕਾਂ ਨੂੰ ਦਿਖਾਉਂਦੇ ਆ ਵੀ ਅਸੀਂ ਪੂਰਕ ਕੁੰਭਕ ਰੇਚਕ ਸਵਾਸ ਚੜ੍ਹਾਉਣ ਲੱਗੇ, ਟਿਕਾਉਣ ਲੱਗੇ, ਲਾਉਣ ਲੱਗੇ ਹਾਂ। ਇਵੇਂ ਆਂਟ ਅਸੇਤੀ ਗੂਠੇ ਦੇ ਦੋਵਾਂ ਉਂਗਲਾਂ ਨਾਲ ਨੱਕ ਨੂੰ ਪਕੜਦੇ ਐ। ਸੂਜਤ ਤਿਨ ਲੋ ਤੇ ਲੋਕਾਂ ਵਿੱਚ ਸਮਾਧੀ ਦੀ ਸ਼ਕਲ ਵਿੱਚ ਬੈਠ ਕੇ ਕਹਿੰਦੇ ਸਾਨੂੰ ਤਾਂ ਤਿੰਨੇ ਲੋਕ ਸੁੱਜਦੇ ਪਏ ਐ। ਤਿੰਨਾਂ ਲੋਕਾਂ ਵਿੱਚ ਕੀ ਹੋ ਰਿਹਾ ਸਾਨੂੰ ਪਤਾ ਹੈ ਸਾਰਾ ਕੁਝ। ਮਗਰ ਪਾਛਾ ਕਾਛ ਨਾ ਸੂਝਾ। ਪਰ ਹੇ ਬ੍ਰਾਹਮਣਾ ਮਗਰ ਪਿੱਛੇ, ਪਿੱਠ ਦੇ ਪਿੱਛੇ ਵੀ ਠਾਕਰ ਤੇ ਮੇਰਾ ਕਿੱਥੇ ਹੈ, ਮੇਰੀ ਚੌਂਕੀ ਕਿੱਥੇ ਹੈ, ਮੇਰੇ ਪਿੱਛੇ ਧਨ ਗੱਡਿਆ ਪਿਆ, ਇਹ ਤੇ ਤੁਹਾਨੂੰ ਕੁਝ ਸੋਚਦਾ ਨਹੀਂ ਹੈ, ਪਤਾ ਨਹੀਂ ਲੱਗਦਾ। ਇਹੋ ਪਦਮ ਅਲੋ ਇਹੀ ਜਿਹੜਾ ਨਾ ਪਦਮ ਕਹੀਏ ਇਹੀ ਅਤਿਅੰਤ ਅਲੋ ਅਚਰਜ ਹੈ ਇਸ ਗੱਲ ਦਾ। ਪਦਮ ਕਹੀਦਾ 900 ਨੀਲ ਦੀ ਗਿਣਤੀ ਨੂੰ ਪਦਮ ਕਿਹਾ ਜਾਂਦਾ ਅਤੇ ਪਦਮ ਕਹੀ ਸਿੱਧਾ ਅਰਥ ਵੀ ਬੇਅੰਤ। ਮਹਾਰਾਜ ਕਹਿੰਦੇ ਇਹੀ ਅਤਿਅੰਤ ਅਚਰਜਿਤ ਗੁਣਾ ਹੈ ਵੀ ਲੋਕਾਂ ਨੂੰ ਕਹੀ ਜਾਂਦੇ ਸਾਨੂੰ ਤਿੰਨੇ ਲੋਕ ਸੁੱਝਦੇ ਪਏ ਆ ਅਤੇ ਪਿੱਛੇ ਕੀ ਪਿਆ ਪਿੱਠ ਦੇ ਉਹ ਨਹੀਂ ਪਤਾ। ਜਾਂ ਇਹੋ ਪਦਮ ਅਲੋ, ਪਦਮ ਦਾ ਅਰਥ ਹੈ ਵਾਕ। ਮਹਾਰਾਜ ਕਹਿੰਦੇ ਇਹੀ ਬਚਨ ਤੁਹਾਡੇ ਅਲੌਕਿਕ ਹੈ ਵੀ ਕਹੀ ਜਾਂਦੇ ਤਿੰਨ ਲੋਕ ਸੁੱਝਦੇ ਆ, ਪਤਾ ਸਾਨੂੰ ਪਿੱਠ ਪਿੱਛੇ ਕੀ ਪਿਆ ਉਹਦਾ ਕੁਝ ਸਮਝ ਨਹੀਂ ਹੈ, ਪਖੰਡੀ ਹੈ ਤੁਹਾਡਾ। ਚੌਪਈ ਸ੍ਰੀ ਪ੍ਰਭ ਭਨ ਵਿਪਰ ਸ਼ਰੁਤ ਸੁਣੀਏ। ਗੁਰੂ ਸਾਹਿਬ ਜੀ ਕਹਿਣ ਲੱਗੇ ਬ੍ਰਾਹਮਣ ਜੀ ਕੰਨਾਂ ਵਿੱਚ ਧਿਆਨ ਦੇ ਕੇ ਸੁਣੀਏ ਬਚਨ। ਇਹ ਤੋ ਝੂਠ ਨਾ ਮੁਖ ਤੇ ਭਨੀਏ। ਇੰਨਾ ਜਿਹੜਾ ਝੂਠ ਹੈ ਨਾ ਰੱਬ ਦਾ ਵਾਸਤਾ ਮੁੱਖੋਂ ਨਾ ਕਹੀਏ। ਮਗਰ ਪਿੱਛੇ ਕੀ ਸੁਧ ਨਹ ਜਾਨੀ। ਤੇ ਮਗਰ ਪਿੱਛੇ ਕੀ ਪਿਆ ਹੈ ਪਿੱਠ ਦੇ ਉਹਦੀ ਤੂੰ ਕੋਈ ਖਬਰਸਾਰ ਜਾਣੀ ਨਹੀਂ ਵੀ 7 ਪਾਤਸ਼ਾਹੀਆਂ ਦਾ ਖਜ਼ਾਨਾ ਤੇਰੇ ਪਿੱਛੇ ਦੱਬਿਆ ਤੇ ਲੋਕਾਂ ਕੋ ਤੂੰ ਪਾਈ ਪਾਈ ਗਿਰਾ ਰਿਹਾ ਹੈ। ਪੂਰਬ ਸੁਧ ਤਰਾ ਲੋਕ ਬਖਾਨੀ। ਤੇ ਪਹਿਲਾਂ ਤੂੰ ਸੁੱਧ ਖਬਰ ਤਿੰਨਾਂ ਲੋਕਾਂ ਦੀ ਕਹੀ ਵੀ ਤਿੰਨਾਂ ਲੋਕਾਂ ਦਾ ਧਿਆਨ ਧਰਦਾ। ਪਤਾਲ ਵਿੱਚ ਕਿੱਥੇ ਸੱਪ ਫਿਰ ਰਹੇ ਹੈ, ਮਾਤ ਲੋਕ ਵਿੱਚ ਲੋਕ ਕਿੱਥੇ ਫਿਰ ਰਹੇ ਹੈ, ਸਵਰਗ ਲੋਕ ਵਿੱਚ ਦੇਵਕੇ ਕਿੱਥੇ ਨੱਚ ਰਹੇ, ਤੂੰ ਪਹਿਲਾਂ ਕਹਿੰਦਾ ਮੈਨੂੰ ਸਾਰਾ ਹੀ ਪਤਾ ਹੈ। ਵਿਪਰ ਕਹਿ ਹਮ ਝੂਠ ਉਚਰਹੀਂ। ਬ੍ਰਾਹਮਣ ਕਹਿਣ ਲੱਗਾ ਮਹਾਰਾਜ ਧਿਆਨ ਕੀ ਲਾਉਣਾ, ਮੈਂ ਤੇ ਝੂਠ ਹੀ ਕਹਿੰਦਾ ਸਾਂ। ਭਗਤ ਦੰਭ ਕੀ ਨਿਤ ਪ੍ਰਤ ਕਰਹੀਂ। ਤੇ ਕਹਿੰਦਾ ਜੀ ਜਿਹੜੀ ਪਖੰਡ ਦੀ ਭਗਤੀ ਹੈ ਨਾ ਇਹੀ ਹਮੇਸ਼ਾ ਕਰਦਾ ਸੀ, ਮੈਨੂੰ ਨਹੀਂ ਕੁਝ ਵੀ ਪਤਾ ਮਹਾਰਾਜ। ਝੂਠੀ ਹੈ ਕਰਤੂਤ ਹਮਾਰੀ। ਸਾਡੀ ਮਹਾਰਾਜ ਜਿਹੜੀ ਕਰਤੂਤ ਬਿਲਕੁਲ ਜਮਾਂ ਹੀ ਝੂਠੀ ਹੈ, ਸਾਡੇ ਕਾਰਨਾਮੇ ਕਰਤੱਵ ਝੂਠੇ ਹੀ ਹੈ। ਧਨ ਆਸਾ ਕੇ ਇਹ ਵਿਵਹਾਰੀ। ਇਹ ਤੇ ਮਹਾਰਾਜ ਧਨ ਦੀ ਆਸਾ ਵੀ ਧਨ ਕਿਸੇ ਨਾ ਪਾਸੋਂ ਆ ਜਾਵੇ, ਇਸੇ ਕਰਕੇ ਪਖੰਡ ਦਾ ਵਿਹਾਰ ਹੈ ਮੇਰਾ ਲੈਣ ਦੇਣ ਦਾ। ਦੋਹਰਾ ਸੁਣੀਏ ਦਿਜ ਜਿਨ ਹਿਰਦੇ ਸੱਚ। ਮਹਾਰਾਜ ਕਹਿਣ ਲੱਗੇ ਬ੍ਰਾਹਮਣਾ ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਸਰੂਪ ਪਰਮਾਤਮਾ ਦੀ ਪ੍ਰਾਪਤੀ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਪਰਮਾਤਮਾ ਐ ਸਾਖਿਆਤਕਾਰਤ ਹੋਇਆ ਹੈ, ਤੇ ਸਭ ਜਾਣੀ ਜਾਣ। ਉਹ ਮਹਾਂਪੁਰਖ ਤਤ ਬੇਤੇ ਸਭ ਜਾਣੀ ਜਾਣ ਹੈ, ਉਹ ਕਰਤੂਤਾਂ ਸਾਰੀਆਂ ਨੂੰ ਜਾਣਦੇ ਹੁੰਦੇ ਆ ਬ੍ਰਾਹਮਣਾ। ਹਰ ਕੇ ਪ੍ਰੀਤਮ ਭਗਤ ਜੇ। ਜਿਹੜੇ ਭਗਤ ਹੈ ਨਾ ਜਿਹੜੇ ਪਰਮਾਤਮਾ ਦੇ ਪਿਆਰੇ ਭਗਤ ਹੈ ਨਾ ਉਹਨੂੰ ਆਪਣੇ ਤੋਂ ਪਿਆਰੇ। ਕਰਹਿ ਨਾ ਕਹੂੰ ਵਖਾਨ। ਉਹ ਕੁਝ ਵੀ ਮੁੱਖੋਂ ਕਹਿਣਾ ਨਹੀਂ ਕਹਿੰਦੇ, ਉਹ ਕੁਝ ਨਹੀਂ ਕਹਿੰਦੇ, ਪਤਾ ਉਹਨਾਂ ਨੂੰ ਸਾਰਾ ਕੁਝ ਹੀ ਹੁੰਦਾ ਪਰ ਗੁਰਮੁਖ ਅੰਦਰ ਦਾ ਭੇਦ ਨਹੀਂ ਦਿੰਦੇ, ਭਗਤ ਚੋਪੀ ਕੀਤੇ ਰਹਿੰਦੇ ਐ। ਚੌਪਈ ਸਭ ਜਗ ਬਿਖੈ ਦਰਬ ਹੈ ਜੋ। ਇਹ ਜਿੰਨਾ ਵੀ ਸੰਸਾਰ ਦੇ ਵਿੱਚ ਪੈਸਾ ਧੇਲਾ ਹੈਗਾ ਹੈ, ਧਰਾ ਮਾਹੇ ਪਹਿਚਾਨਹੁ ਸੋ। ਇਹ ਬ੍ਰਾਹਮਣ ਉਹ ਧਰਤੀ ਦੇ ਵਿੱਚ ਹੀ ਤੂੰ ਪਛਾਣ ਲਵੇ, ਧਰਤੀ ਵਿੱਚ ਹੀ ਪਿਆ ਹੋਇਆ ਸਾਰੇ ਸੰਸਾਰ ਦਾ ਧਨ। ਗਾਡ ਗਾਡ ਬਹੁ ਮਰ ਗਏ। ਤੇਰੇ ਵਰਗੇ ਜਮਾ ਕਰਦੇ ਲੋਕ ਨਾ ਬਹੁਤ
ਧਰਤੀ ਵਿੱਚ ਗੱਡ ਕੇ ਤੇ ਮਰ ਕੇ ਇੱਥੋਂ ਚਲੇ ਗਏ ਐ। ਆਗੇ ਕਿਨਹਾ ਸੰਗ ਨਾ ਲਏ, ਪਰ ਅੱਗੇ ਕਿਸੇ ਨੇ ਵੀ ਧਨ ਨੂੰ ਨਾਲ ਨਹੀਂ ਲਿਆ, ਕਿਉਂਕਿ ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ, ਮਰਿਆ ਨਾਲ ਜਾਂਦੀ ਨਹੀਂ ਮਾਇਆ। ਖਾਇਓ ਕਿਨੋ ਨਾ ਆਗਾ ਗਇਓ, ਨਾ ਕਿਸੇ ਨੇ ਧਨ ਨੂੰ ਅੱਜ ਤੱਕ ਖਾਧਾ ਹੀ ਹੈ। ਨੋਟ ਕਿਸੇ ਕੋ ਖਾਦੇ ਨਹੀਂ ਜਾਂਦੇ, ਸੋਨਾ ਅੰਦਰ ਲੰਘਾਇਆ ਨਹੀਂ ਜਾਂਦਾ, ਚਾਂਦੀ ਅੰਦਰ ਨਿਗਲੀ ਨਹੀਂ ਜਾਂਦੀ। ਐਵੇਂ ਨਾ ਕਿਸੇ ਨੇ ਅੱਜ ਤੱਕ ਧਨ ਨੂੰ ਖਾਧਾ ਹੀ ਹੈ, ਨਾ ਹੀ ਅੱਗੇ ਲੈ ਕੇ ਕੋਈ ਗਿਆ ਹੈ। ਧਰਨੀ ਬਿਖਾ ਦਫਨ ਸੋ ਭਇਓ, ਤੇ ਧਰਤੀ ਵਿੱਚ ਹੀ ਉਹ ਦਫਨਾਇਆ ਰਹਿ ਗਿਆ। ਉਹਨਾਂ ਲੋਕਾਂ ਦਾ ਧਨ ਉੱਥੇ ਪਿਆ ਰਹਿ ਗਿਆ ਤੇ ਆਪ ਵਿਚਾਰੇ ਚਲੇ ਗਏ ਖਾਲੀ ਹੱਥ। ਖਾਇਓ ਅੰਨ ਪੀਓ ਮੁਖ ਪਾਣੀ, ਜੋ ਆ ਮੁਖ ਨਾਲ ਅੰਨ ਖਾਦਾ ਤੇ ਪਾਣੀ ਪੀਤਾ ਹੈ। ਚੀਰ ਹੰਡਾਏ ਔਦ ਬਿਹਾਨੀ, ਇਹ ਤੇ ਚੀਰ ਕੱਪੜੇ ਸਰੀਰ ਤੇ ਹੰਡਾਏ ਤੇ ਉਮਰ ਬਤਾਈ, ਇਹ ਤੇ ਥੋੜਾ ਬਹੁਤਾ ਕੰਮ ਆਇਆ, ਬਾਕੀ ਤੇ ਸਭ ਗੱਡਿਆ ਹੀ ਰਹਿ ਗਿਆ ਲੋਕਾਂ ਦਾ। ਸੋਇ ਨਾ ਖਾਏ ਨਾ ਚਾਂਦੀ ਖਾਈ, ਕਿਸੇ ਨੇ ਸੋਨਾ ਨਹੀਂ ਖਾਦਾ ਅੱਜ ਤੱਕ ਤੇ ਕਿਸੇ ਨੇ ਚਾਂਦੀ ਨਹੀਂ ਖਾਦੀ। ਤੇ ਗਰੜ ਪੁਰਾਣ ਮੁਤਾਬਕ ਸਾਧ ਸੰਗਤ ਜੀ ਜਿਹੜੇ ਪੈਸੇ ਨੂੰ ਬਹੁਤਾ ਪਿਆਰ ਕਰਦੇ ਨੇ ਵੀ ਸੋਨਾ 20 ਤੋਲੇ ਸਾਡੇ ਘਰ ਹੋ ਜੇ, ਗਾਗਰ ਭਰ ਜੇ, ਉਹ ਫਿਰ ਅੱਗੇ ਸੋਨਾ ਹੀ ਸੁੱਟਦੇ, ਕਹਿੰਦੇ ਖਾਲਾ ਜਿੰਨਾ ਖਾ ਸਕਦਾ ਹੈ। ਜਿਹੜਾ ਪੈਸੇ ਆ ਨੋਟਾਂ ਨੂੰ ਪਿਆਰ ਕਰਦਾ ਉਹਦੇ ਅੱਗੇ ਨੋਟ ਸੁੱਟ ਦਿੰਦੇ, ਕਹਿੰਦੇ ਨੋਟ ਖਾਈ ਜਾ ਜਿੰਨੇ ਤੂੰ ਖਾ ਸਕਦਾ। ਤੇ ਨੋਟ ਕਿੱਥੇ ਖਾਦੇ ਜਾਣ, ਕਦੀ ਕਾਗਜ਼ ਵੀ ਖਾਦੇ ਗਏ। ਫਿਰ ਐਵੇਂ ਹੀ ਉਹ ਜਾਨ ਕੱਢਦੇ ਆ ਉੱਥੇ। ਗਰੜ ਪੁਰਾਣ ਵਿੱਚ ਸਭ ਲਿਖਿਆ ਹੋਇਆ। ਮਹਾਰਾਜ ਕਹਿੰਦੇ ਨਾ ਕਿਸੇ ਨੇ ਸੋਨਾ ਖਾਧਾ ਨਾ ਚਾਂਦੀ ਖਾਧਾ ਹੈ ਬ੍ਰਾਹਮਣਾ। ਧਰਨੀ ਦਫਨ ਕੀਏ ਤਜ ਜਾਈ, ਧਰਤੀ ਵਿੱਚ ਦਫਨ ਕਰਕੇ ਨਾ ਗੱਡ ਕੇ ਦੱਬ ਕੇ ਇੱਥੋਂ ਛੱਡ ਕੇ ਚਲੇ ਗਏ ਹੈ। ਕਬੀਰ ਕੌਡੀ ਕੌਡੀ ਜੋਰ ਕੈ ਜੋਰੈ ਲੱਖ ਕਰੋੜ, ਨਾਂਗੇ ਪਾਵੋਂ ਤੇ ਗਏ ਜਿਨਕੇ ਲੱਖ ਕਰੋੜ। ਨੰਗੇ ਪੈਰੀ ਗਏ ਰਾਵਣ ਵਰਗੇ, ਲੰਕਾ ਲੁੰਕਾ ਸਭ ਛੱਡ ਕੇ ਚਲੇ ਗਏ ਵਿਚਾਰੇ। ਜਗ ਕੇ ਕਾਜ ਚਲਾਵਨ ਕਾਰਨ, ਅਸਲ ਵਿੱਚ ਤੇ ਸੰਸਾਰ ਦੇ ਕੰਮ ਨੂੰ ਚਲਾਉਣ ਵਾਸਤੇ ਸੀ ਮਾਇਆ। ਧਨ ਕੀ ਕਰਨ ਸਰਬ ਵਿਵਹਾਰਨ, ਜਿਵੇਂ ਸਰਬ ਲੋਕ ਗ੍ਰੰਥ ਵਿੱਚ ਮਹਾਰਾਜ ਬਚਨ ਲਿਖੇ, ਆਦ ਭਵਾਨੀ ਈਸ਼ਵਰੀ ਮਾਇਆ ਜਾ ਕੋ ਨਾਮ, ਇਨ ਬਿਨ ਸਰਿਣ ਏਕ ਕਾਮ ਪੂਰਨ ਹੋਤ ਨਾ ਕਾਮ। ਵੀ ਇਹ ਮਾਇਆ ਤੋਂ ਬਿਨਾਂ ਕੰਮ ਤਾਂ ਨਹੀਂ ਸਰਦੇ, ਪਰ ਇਹ ਦਿੱਤੀ ਮਹਾਰਾਜ ਨੇ ਸੰਸਾਰ ਦੇ ਕੰਮਾਂ ਨੂੰ ਚਲਾਉਣ ਵਾਸਤੇ ਸੀ। ਤੇ ਧਨ ਕੀ ਕਰਨ ਸਰਬ ਵਿਵਹਾਰਨ, ਸਾਰੇ ਸੰਸਾਰ ਦੇ ਕੰਮਾਂ ਦੇ ਕਾਰ ਵਿਹਾਰ ਕਰਨ ਵਾਸਤੇ ਮਾਂ ਨੇ ਪਰਮਾਤਮਾ ਨੇ ਮਾਇਆ ਦਿੱਤੀ ਸੀ। ਲੋਕਾਂ ਨੇ ਤੇ ਆ ਡਰਾਮੇ ਭਰਨੇ ਸ਼ੁਰੂ ਕਰ ਦਿੱਤੇ ਐ। ਸੰਤ ਭਗਤ ਜੋਰ ਸਚਿਆਰੂ, ਜਿਹੜੇ ਇਹ ਬ੍ਰਾਹਮਣ ਸੰਤ ਤੇ ਪਰਮਾਤਮਾ ਦੇ ਭਗਤ ਹੈ ਨਾ, ਹਿਰਦੇ ਵਿੱਚ ਸਚਿਆਰੇ ਸੱਚੇ। ਗੁਪਤ ਪ੍ਰਗਟ ਸੇ ਜਾਣਨ ਹਾਰੂ, ਉਹ ਕਿੱਥੇ ਚੀਜ਼ ਗੁਪਤ ਪਈ ਹੈ ਕਿੱਥੇ ਪ੍ਰਗਟ ਪਈ ਜਾਣਨ ਵਾਲੇ ਐ। ਕਿਹਦੇ ਮਨ ਵਿੱਚ ਕੀ ਚੱਲ ਰਿਹਾ ਉਹ ਸੰਤ ਜਾਣਦੇ ਐ, ਕਿਹਦੇ ਮਨ 'ਚ ਕਿਹੜੀ ਗੱਲ ਪ੍ਰਗਟ ਹੋ ਰਹੀ ਹੈ ਉਹ ਸੰਤ ਸਾਰੇ ਜਾਣਦੇ। ਹੇਰਾ ਫੇਰੀ ਨਾ ਭਾਈ ਕਰਿਆ ਕਰੋ। ਕਿਤੇ ਅਸੰਖ ਪਦਮ ਧਨ ਜੋ, ਕਿਤਨੇ ਅਸੰਖੀ ਹੇ ਬ੍ਰਾਹਮਣ ਅਸੰਖ ਪਦਮ ਜਿਹੜਾ ਧਨ ਹੈ, ਸਭ ਧਰਨੀ ਮਹਿ ਗਾਡਿਓ ਸੋ, ਉਹ ਸਾਰਾ ਧਰਤੀ ਵਿੱਚ ਗੱਡਿਆ ਰਹਿ ਗਿਆ। ਕਾਰੂ ਪਾਤਸ਼ਾਹ ਜਿਹੜਾ ਪਹਿਲਾਂ ਹੋਇਆ ਮਿਹਤਰ ਮੂਸਾ ਜੀ ਦੇ ਸਮੇਂ, ਉਹਦਾ 40 ਗੰਜ ਉਹਨੂੰ ਕਿਹਾ ਸੀ ਵੀ ਦਾਨ ਕਰਦੇ, ਮੰਨਿਆ ਨਹੀਂ। ਆ ਪਹਿਲਾਂ ਤੇ ਗਿਆ ਹੈ ਸਿਰ ਜਿੰਨਾ ਠਾਂ, ਫਿਰ ਕਮਰ ਜਿੰਨਾ, ਫਿਰ ਤੇ ਸਾਰਾ ਪਹਿਲਾਂ ਪੈਰ ਜਿੰਨਾ, ਫਿਰ ਕਮਰ ਜਿੰਨਾ, ਫਿਰ ਸਿਰ ਜਿੰਨਾ ਪਤਾਲ 'ਚ ਧੱਸ ਗਿਆ। ਉਹ ਮਹਾਰਾਜ ਦੀ ਸਾਖੀ ਵਿੱਚ ਆਉਂਦਾ ਵੀ 40 ਗੰਜ 40 ਢੇਰ ਧਨ ਦੇ ਅਜੇ ਤੱਕ ਗਰਕ ਹੋ ਰਿਹਾ ਪਤਾਲਾਂ ਵਿੱਚ। ਜਨ ਹੈ ਸੰਤ ਰਾਮ ਕੇ ਪਿਆਰੇ, ਜਿਹੜੇ ਸੰਤ ਹੈ ਨਾ ਪਰਮੇਸ਼ਰ ਦੇ ਪਿਆਰੇ, ਜਿਹ ਨਿਜ ਹਿਰਦੈ ਸਮਾਈ ਧਾਰੇ, ਉਹ ਸਾਰੇ ਜਾਣਦੇ ਸਾਰੀ ਗੱਲ ਨੂੰ ਸੰਤ ਰੱਬ ਦੇ ਪਿਆਰੇ। ਕਿਉਂਕਿ ਸੰਤ ਗੋਬਿੰਦ ਕੈ ਏਕ ਹੈ ਕਾਮ, ਸੰਤਾਂ ਕੀ ਮਤ ਕੋਈ ਨਿੰਦਾ ਕਰੋ ਭਾਈ, ਸੰਤ ਰਾਮ ਹੈ ਏਕੋ, ਸੰਤ ਤੇ ਰਾਮ ਇੱਕ ਹੈ। ਇਸ ਕਰਕੇ ਉਹ ਜਾਣਦੇ ਹੈ ਸਾਰੀ ਗੱਲਬਾਤ। ਜਿਹ ਨਿਜ ਹਿਰਦੈ ਸਮਾਈ ਧਾਰੇ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਹੀ ਸਮਾਈ ਕੀਤੀ ਹੋਈ ਹੈ, ਸਭ ਕੁਝ ਜਾਣਦੇ ਹੈ। ਜਾਣਦੇ ਹੋਏ ਵੀ ਆਪਣਾ ਆਪ ਨਹੀਂ ਜਣਾਉਂਦੇ। ਜਿਨ ਹਰ ਪਾਇਓ ਤਿਨੇ ਛਪਾਇਓ। ਵਿਪਰ ਕਹਾ ਜੇਤ ਵਿਪਰ ਕਹਾ ਜੇਤੇ ਨਰ ਅਹਾਂ। ਬ੍ਰਾਹਮਣ ਕਹਿਣ ਲੱਗਾ ਮਹਾਰਾਜ ਤੁਹਾਡੀ ਗੱਲ ਵੀ ਠੀਕ ਹੈ, ਪਰ ਜਿੰਨੇ ਸੰਸਾਰ ਦੇ ਹੈਗੇ ਆ ਨਾ ਲੋਕ ਪੁਰਸ਼, ਸਭੈ ਪ੍ਰੀਤ ਕਰ ਧਨ ਕੋ ਚਾਹ, ਸਾਰੇ ਪ੍ਰੇਮ ਕਰਕੇ ਧਨ ਨੂੰ ਤੇ ਚਾਹੁੰਦੇ ਆ। ਕਿਤੇ
ਐ ਸੌਂਦੇ ਹੀ ਨਹੀਂ ਹੈ ਰਾਤ ਦਿਨ। ਨਹ ਜਾਣਹ ਪਰਮੇਸ਼ਰ ਕੋ। ਉਹ ਨਹੀਂ ਜਾਣਦੇ ਵੀ ਕੌਣ ਪਰਮੇਸ਼ਰ ਨੂੰ ਤੇ ਜਾਣਦੇ ਨਹੀਂ। ਮਾਇਆ ਧਾਰੀ ਤੇ ਅੰਨਾ ਬੋਲਾ ਸ਼ਬਦ ਨਾ ਸੁਣੀ ਕਹਾ ਰੋਲ ਝੋਲਾ। ਕਹਿੰਦੇ ਐਵੇਂ ਰੌਲਾ ਪਾਇਆ ਟਾਈਮ ਲਾ ਦਿੱਤਾ ਹੈ। ਲੋਭ ਮੋਹ ਮਹਿ ਫਸ ਗਏ ਸੋ। ਉਹ ਜਿਹੜੇ ਲੋਭ ਤੇ ਲਾਲਚ ਵਿੱਚ ਹੀ ਫਸ ਗਏ ਐ। ਜਿਵੇਂ ਕੁੱਤੇ ਨੂੰ ਖਾਣ ਦਾ ਬੜਾ ਲੋਭ ਹੈ, ਲੋਭ ਲੱਭ ਕੁੱਤਾ ਹੀ ਚੰਬੜ ਗਿਆ ਉਹਨਾਂ ਨੂੰ। ਆਪਣੇ ਧਰਮ ਵਿਖਾ ਕੋ ਨਾਹੀ। ਆਪਣੇ ਸਵੈ ਧਰਮ ਵਿੱਚ ਤੇ ਕੋਈ ਪੱਕਾ ਕਾਇਮ ਹੈਗਾ ਹੀ ਨਹੀਂ ਹੈ ਮਹਾਰਾਜ। ਸੁਨ ਗੁਰ ਤ੍ਰਿਤੀਆ ਪੌੜੀ ਪ੍ਰਾਹੀ। ਬ੍ਰਾਹਮਣ ਤੋਂ ਸੁਣ ਕੇ ਤੀਸਰਾ ਸ਼ਬਦ ਜਿਹੜਾ ਤੀਸਰਾ ਪਦ ਮਹਾਰਾਜ ਨੇ ਉਚਾਰਨ ਕੀਤਾ ਇਸੇ ਸ਼ਬਦ ਦਾ ਹੀ। ਖੱਤਰੀਆਂ ਤਾ ਧਰਮ ਛੋੜਿਆ। ਕਹਿੰਦੇ ਹੈ ਬ੍ਰਾਹਮਣ ਜਿਹੜੇ ਹੁੰਦੇ ਨਾ ਜਿਹੜੇ ਖੱਤਰੀ ਸੀ ਉਹਨਾਂ ਨੇ ਤੇ ਆਪਣਾ ਧਰਮ ਛੱਡ ਦਿੱਤਾ ਹੈ। ਵੀ ਉਹਨਾਂ ਦਾ ਧਰਮ ਸੀ ਵੇਦ ਸ਼ਾਸਤਰ ਪੜ੍ਹਨੇ ਅਤੇ ਸੁਣਨੇ, ਫਿਰ ਸ਼ਸਤਰਧਾਰੀ ਹੋ ਕੇ ਤਿੰਨਾਂ ਹੀ ਵਰਨਾਂ ਦੀ ਰੱਖਿਆ ਕਰਨੀ। ਉਹ ਖੱਤਰੀਆਂ ਨੇ ਤੇ ਆਪਣਾ ਧਰਮ ਛੱਡ ਦਿੱਤਾ ਹੈ। ਮਲੇਸ਼ ਭਾਖਿਆ ਗਹੀ। ਮਲੇਸ਼ਾਂ ਮੁਸਲਿਆਂ ਦਾ ਜ਼ੋਰ ਹੋਣੇ ਕਰਕੇ ਮਲੇਸ਼ਾਂ ਦੀ ਭਾਸ਼ਾ ਜਿਹੜੀ ਗ੍ਰਹਿਣ ਕਰ ਲਈ, ਅਰਬੀ ਫਾਰਸੀ ਬੋਲਦੇ ਫਿਰਦੇ ਆ ਖੱਤਰੀ ਹੋ ਕੇ। ਸ੍ਰਿਸ਼ਟ ਸਭ ਇੱਕ ਵਰਨ ਹੋਈ। ਸਾਰੀ ਸ੍ਰਿਸ਼ਟੀ ਇੱਕੋ ਵਰਨ ਦੀ ਹੋ ਗਈ, ਭਾਵ ਨਾ ਕੋਈ ਬ੍ਰਾਹਮਣ ਰਹਿ ਗਿਆ, ਨਾ ਖੱਤਰੀ, ਨਾ ਸੂਦਰ, ਨਾ ਵੈਸ। ਸਾਰਾ ਲਾਣਾ ਇੱਕੋ ਹੀ ਹੋਇਆ ਪਿਆ। ਗਾਵਾਂ ਕੱਟੇ ਸਭ ਖਾਈ ਜਾਂਦੇ ਰਲ ਮਿਲ ਕੇ। ਧਰਮ ਕੀ ਗਾਤ ਰਹੀ। ਧਰਮ ਦੀ ਮਰਿਆਦਾ ਤੇ ਰਹਿ ਹੀ ਗਈ ਹੈ ਲੋਕਾਂ ਦੀ। ਆ ਛੱਡ ਹੀ ਦਿੱਤਾ ਧਰਮ। ਸ਼ਰਮ ਧਰਮ ਕਾ ਡੇਰਾ ਦੂਰ। ਮਹਾਰਾਜ ਕਹਿੰਦੇ ਸ਼ਰਮ ਤੇ ਧਰਮ ਦਾ ਤੇ ਡੇਰਾ ਟਿਕਾਣਾ ਬੜੀ ਦੂਰ ਰਹਿ ਗਿਆ। ਧਰਮ ਦੀ ਮਰਿਆਦਾ ਤੇ ਲੋਕਾਂ ਕੋਲ ਦੂਰ ਹੀ ਰਹਿ ਗਈ ਹੈ। ਕਹਿੰਦੇ ਜੇ ਕੋਈ ਮਰਿਆਦਾ ਕਹੋ, ਕਹਿੰਦੇ ਕਿਹੜੀ ਮਰਿਆਦਾ, ਕਿਹੜਾ ਧਰਮ, ਕਿਹੜੇ ਅਸੂਲ। ਐਵੇਂ ਵਹਿਮਾਂ ਭਰਮਾਂ 'ਚ ਪਏ ਹੋਏ ਆ, ਫਸਾਇਆ ਹੋਇਆ ਸਾਨੂੰ ਲੋਕਾਂ ਨੂੰ। ਉਹ ਧਰਮ ਦੀ ਕੀ ਗੱਲ ਰਹੀ। ਧਰਮ ਦੀ ਮਰਿਆਦਾ ਤੇ ਉਹਨਾਂ ਲੋਕਾਂ ਦੀ ਰਹਿ ਗਈ। ਉਹ ਨਹੀਂ ਮੰਨਦੇ ਮਰਿਆਦਾ ਧਰਮ ਨੂੰ। ਚੌਪਈ ਕਲੀ ਕਾਲ ਮਹਿ ਛੁੱਟ ਗਇਓ ਧਰਮ। ਕਲਯੁਗ ਦੇ ਵਿੱਚ ਤੇ ਬ੍ਰਾਹਮਣਾ ਲੋਕਾਂ ਦਾ ਧਰਮ ਦੇ ਛੋਟੀ ਗਿਆ ਹੈ। ਖੱਤਰੀ ਦਿਜ ਸਭ ਕਰਤ ਕੁਕਰਮ। ਖੱਤਰੀ ਬ੍ਰਾਹਮਣ ਸਾਰੇ ਖੋਟੇ ਕਰਮ ਕਰੀ ਜਾਂਦੇ ਆ, ਭੈੜੇ ਕੰਮ ਕਰੀ ਜਾਂਦੇ, ਖੇ ਖਾਈ ਜਾਂਦੇ ਆ। ਇਨ ਦੋਨੋਂ ਬਹੁ ਗਹਲੀ ਪਾਪਾ। ਇਹਨਾਂ ਦੋਨਾਂ ਵੀ ਖੱਤਰੀ ਬ੍ਰਾਹਮਣੀ ਸਭ ਤੋਂ ਉੱਚੇ ਵਰਨ ਦੇ ਸੀ ਤੇ ਇਹਨਾਂ ਨੇ ਪਾਪਾਂ ਨੂੰ ਜਿਹੜਾ ਪਕੜ ਲਿਆ, ਗ੍ਰਹਿਣ ਕਰ ਲਿਆ, ਪਾਪਾਂ ਨੂੰ ਹੀ ਫੜ ਲਿਆ ਹੈ। ਭ੍ਰਿਸ਼ਟ ਭਏ ਛੋਡਾ ਧਰਮ ਆਪਾ। ਆਪੋ ਆਪਣਾ ਜੋ ਧਰਮ ਸੀ ਵੀ ਖੱਤਰੀ ਦਾ ਧਰਮ ਸੀ ਸ਼ਸਤਰ ਲੈ ਕੇ ਰੱਖਿਆ ਕਰਨੀ। ਬ੍ਰਾਹਮਣ ਦਾ ਧਰਮ ਸੀ ਵੇਦ ਪੜ੍ਹਨੇ ਪੜ੍ਹਾਉਣੇ, ਵਿਦਿਆ ਦੇਣੀ ਵਿਦਿਆ ਲੈਣੀ, ਜਗ ਕਰਨੇ ਜਗ ਕਰਾਉਣੇ, ਸਭ ਛੱਡ ਦਿੱਤੇ ਇਹਨਾਂ ਲੋਕਾਂ। ਤਨ ਜਾ ਕੋ ਧਨ ਲੈ ਕਰ ਖਾਹੀ। ਇਹ ਤੇ ਇੱਥੋਂ ਤੱਕ ਗਿਰ ਗਏ ਵੀ ਆਪਣੀ ਪੁੱਤਰੀ ਦਾ ਹੀ ਜਿਹੜਾ ਧਨ ਲੈ ਕੇ ਖਾਈ ਜਾਂਦੇ ਆ। ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ। ਪਰਤੀ ਸੋ ਵਿਵਚਾਰ ਕਮਾਹੀ। ਪਰਾਈਆਂ ਇਸਤਰੀਆਂ ਨਾਲ ਵਿਵਚਾਰ ਕਮਾਉਂਦੇ ਖੇ ਖਾਂਦੇ ਐ। ਆਪਣਾ ਪੜਨਾ ਦੀਨੋ ਤਿਆਗੇ। ਆਪਣਾ ਜੋ ਪੜ੍ਹਨਾ ਪੜ੍ਹਾਉਣਾ ਸੀ ਉਹ ਤੇ ਇਹਨਾਂ ਖੱਤਰੀ ਬ੍ਰਾਹਮਣਾਂ ਨੇ ਸਭ ਛੱਡ ਹੀ ਤਿਆਗ ਦਿੱਤਾ ਹੈ। ਪੜਨ ਮਲੇਸ਼ਨ ਭਾਖਾ ਲਾਗੇ। ਮਲੇਸ਼ਾਂ ਦੀ ਭਾਸ਼ਾ ਅਰਬੀ ਫਾਰਸੀ ਧਨ ਦਾ ਕਰਕੇ ਨਾ ਵੀ ਧਨ ਮਿਲ ਜਾਏ ਤੇ ਲੱਗ ਗਏ ਆ। ਅਰਬੀ ਫਾਰਸੀ ਪੜ੍ਹਦੇ ਐ। ਧਨ ਲਾਲਚ ਕਰ ਭੇ ਵਿਪਰੀਤੀ। ਧਨ ਦੇ ਲਾਲਚ ਕਰਕੇ ਬ੍ਰਾਹਮਣਾ ਇਹਨਾਂ ਦੀ ਤੇ ਸਾਰੇ ਉਲਟੀ ਰੀਤੀ ਹੋ ਗਈ। ਆਪਣਾ ਧਰਮ ਹੀ ਛੱਡ ਬੈਠੇ ਇਹ ਲੋਕ। ਨਿਜ ਬ੍ਰਿਤ ਤਿਆਗੀ ਚੱਲੈ ਨੀਤੀ। ਆਪਣੀ ਜਿਹੜੀ ਬਿਰਤੀ ਮਨ ਦੀ ਸਹੀ ਰੂਪ ਵਿੱਚ ਲਾਉਣੀ ਉਹਦੀ ਛੱਡ ਦਿੱਤੀ ਹੈ ਤੇ ਬੇਨਿਆਏ ਬੇਇਨਸਾਫੀ ਹੋ ਕੇ ਚੱਲਦੇ ਆ। ਪਰ ਨਿੰਦਾ ਮਿਲ ਸਦਾ ਅਲਾਵ ਹੈ। ਪਰਾਇਆਂ ਦੀ ਨਿੰਦਾ ਜਿਹੜੇ ਭਲੇ ਲੋਕ ਹੈ ਉਹਨਾਂ ਦੀ ਨਿੰਦਾ ਕਹਿੰਦੇ ਆ, ਨਿੰਦਾ ਕਰੀ ਜਾਂਦੇ। ਰਾਤ ਦਿਨ ਇੱਕ ਕੀਤਾ ਹੋਇਆ ਇਹਨਾਂ ਲੋਕਾਂ ਨੇ। ਕਰਤ ਹਰ ਕਥਾ ਬਾਤ ਚਲਾਵਹਿ। ਜਿੱਥੇ ਪਰਮੇਸ਼ਰ ਦੀ ਕਥਾ ਹੁੰਦੀ ਉੱਥੇ ਗੱਲਾਂ ਚਲਾ ਦਿੰਦੇ, ਉੱਥੇ ਜਕੜ ਮਾਰਨੀ ਸ਼ੁਰੂ ਕਰ ਦਿੰਦੇ। ਕਹਿੰਦੇ ਐਵੇਂ ਹੀ
ਅਸੀਂ ਨਹੀਂ ਸੁਣਨਾ ਜੋ ਤੂੰ ਬੋਲਦਾ ਹੈ। ਸੁਨ ਕਰ ਪੁਨ ਦਿਜ ਉਚਰੇ ਬਾਨਾ। ਸੁਣ ਕਰਕੇ ਜਿਹੜਾ ਇਹ ਬ੍ਰਾਹਮਣ ਹੈ ਨੇ ਫਿਰ ਇਹਨੇ ਬਚਨ ਕਹੇ, ਕਹਿੰਦਾ ਮਹਾਰਾਜ ਸੰਤ ਜੀ, ਸੁਨ ਹੋ ਸੰਤ ਜੀ ਤੁਮ ਸੁਖ ਦਾਨਾ। ਐ ਸੰਤ ਜੀ ਤੁਸੀਂ ਮੇਰਾ ਬਚਨ ਸੁਣੋ, ਸੁੱਖਾਂ ਨੂੰ ਦੇਣ ਵਾਲੇ ਪਰਮੇਸ਼ਰ ਰੂਪ। ਕਲ ਯੁਗ ਮਹਿ ਆਗ ਕੋ ਵਰਤਾਰਾ। ਮਹਾਰਾਜ ਕਲ ਯੁਗ ਦੇ ਸਮੇਂ ਵਿੱਚ ਦੇ ਪਾਪਾਂ ਦਾ ਹੀ ਵਰਤਾਰਾ ਵਰਤ ਰਿਹਾ ਸਭ ਪਾਸੇ। ਕਰਤ ਸਰਬ ਨਰ ਬਿਨਾ ਵਿਚਾਰਾ। ਸਾਰੇ ਜਿਹੜੇ ਪੁਰਸ਼ ਹੈ ਨਾ, ਸਤ ਅਸਤ ਦੀ ਵਿਚਾਰ ਕੀਤੇ ਤੋਂ ਬਿਨਾਂ ਹੀ ਪਾਪ ਹੀ ਕਰੀ ਜਾਂਦੇ, ਮਨ ਆਈਆਂ ਹੀ ਕਰੀ ਜਾਂਦੇ ਐ। ਬਿਨਾ ਨਾਮ ਤੇ ਆਨ ਉਪਾਏ। ਇਹ ਮਹਾਰਾਜ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜੇ ਕੋਈ ਹੋਰ ਕੋਈ ਯਤਨ ਉਪਰਾਲਾ ਹੀਲਾ ਹੈਗਾ ਹੈ, ਜਿਉ ਗਤ ਹੋਵਹਿ ਦੇਹ ਬਤਾਏ। ਜੇ ਕੋਈ ਹੋਰ ਪਾਉ ਯਤਨ ਹੈਗਾ ਹੈ ਤੇ ਮਹਾਰਾਜ ਸਾਡੀ ਕਲਿਆਣ ਮੁਕਤੀ ਗਤੀ ਹੋ ਜਾਏ, ਉਹ ਤਰੀਕਾ ਸਾਨੂੰ ਦੱਸ ਦਿਓ ਜੀ। ਤੁਮ ਸਰਬੱਗ ਅਹ ਗਤ ਦਾਈ। ਆਪ ਜੀ ਸਰਬ ਕਲਾ ਗਿਆਤਾ ਹੋ, ਸਰਬ ਕਲਾ ਸਮਰੱਥ ਹੋ, ਸਭ ਦੀਆਂ ਜਾਣਨ ਵਾਲਿਓ, ਮੁਕਤੀ ਦਾਤੇ ਹੋ ਸੰਤ ਜੀ। ਸਨ ਸ੍ਰੀ ਗੁਰ ਪਨ ਗਿਰਾ ਅਲਾਈ। ਸੁਣ ਕਰਕੇ ਬ੍ਰਾਹਮਣ ਤੋਂ ਸਤਿਗੁਰੂ ਜੀ ਨੇ ਫਿਰ ਬਚਨ ਕਿਹਾ ਇਸ ਨੂੰ। ਅਸ਼ਟ ਸਾਜ ਸਾਜ ਪੁਰਾਨ ਸੁਧ ਹੈ। ਇਸੇ ਸ਼ਬਦ ਦਾ ਜਿਹੜਾ ਚੌਥਾ ਪਦ ਮਹਾਰਾਜ ਨੇ ਉਚਾਰਨ ਕੀਤਾ, ਕਹਿੰਦੇ ਬ੍ਰਾਹਮਣ ਅਸ਼ਟ ਸਾਜ, ਇਹ ਧੌਲਪੁਰ ਦੀ ਬੋਲੀ ਹੈ, ਉਹਦੇ ਵਿੱਚ ਉੱਥੇ ਸਾਜ 10 ਨੂੰ ਕਿਹਾ ਜਾਂਦਾ ਹੈ। ਮਹਾਰਾਜ ਕਹਿੰਦੇ ਜਿਹੜੇ 8 ਤੇ 10 18 ਭਾਵ ਅਸ਼ਟਾਧਿਆਈ 18 ਅਧਿਆਏ ਵਾਲੀ ਜਿਹੜੀ ਗੀਤਾ ਹੈ, ਉਹਨੂੰ ਸਾਜ ਸਾਜ ਕੇ ਸਜਾ ਸਜਾ ਕੇ ਸੋਧੀ ਵਿਚਾਰੀ ਜਾਂਦੇ ਹੈ। ਇਸੇ ਤਰ੍ਹਾਂ ਅਸ਼ਟ ਸਾਜ ਭਾਵ ਜਿਹੜੇ 18 ਪੁਰਾਣ ਵੇਦ ਵਿਆਸ ਜੀ ਦੇ ਲਿਖੇ ਹੋਏ ਹੈ, ਉਹਨਾਂ ਨੂੰ ਸੋਧਦੇ ਵਿਚਾਰ ਕਰਦੇ ਹੈ। ਇਸੇ ਤਰ੍ਹਾਂ 6 ਸ਼ਾਸਤਰ, 4 ਵੇਦਾਂ ਦੇ 6 ਅੰਗ, ਐਵੇਂ ਉਹ ਜਿਹੜੇ ਰਚੇ ਹੋਏ ਸਾਰੇ ਸੋਧਦੇ ਵਿਚਾਰਦੇ ਹਨ। ਕਰਹਿ ਵੇਦ ਅਭਿਆਸ। ਇਹ ਜਿਹੜੇ ਸ਼ਾਮ, ਰਿਗ, ਜਜਰ, ਉਥਰਵਣ 4 ਵੇਦ ਹੈ, ਤੇ ਉਹਨਾਂ ਦਾ ਅਭਿਆਸ ਜਿਹੜਾ ਹੈ ਉਹ ਕਰੀ ਜਾਂਦੇ ਹੈ, ਕਰਦੇ ਹੈ। ਅਭਿਆਸ ਦਾ ਅਰਥ ਹੁੰਦਾ ਯਤਨ ਕਰਨਾ, ਆਪ ਬਾਰ ਮੁੜ ਉਸੇ ਨੂੰ ਪੜ੍ਹਨਾ ਵਿਚਾਰਨਾ, ਜਿਹਦਾ ਸੁੱਤੇ ਸੇਧੀ ਫਿਰ ਰਟਨ ਹੋ ਜਾਏ, ਉਹਨੂੰ ਕਹੀਦਾ ਅਭਿਆਸ। ਇਵੇਂ ਵੇਦਾਂ ਦਾ ਅਭਿਆਸ ਕਰਦੇ ਹੈ ਪੁਨਾ ਬਿਨ ਨਾਮ ਹਰਿ ਕੇ ਮੁਕਤ ਨਾਹੀ। ਪਰ ਹੇ ਬ੍ਰਾਹਮਣ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੈਗੀ, ਕਿਉਂਕਿ ਗੀਤਾ ਵਿੱਚ, ਪੁਰਾਣਾਂ ਵਿੱਚ, ਸ਼ਾਸਤਰਾਂ ਵਿੱਚ ਨਾਮ ਦੀ ਮਹਿਮਾ ਕਹੀ ਹੈ। ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ, ਫਿਰ ਹੈ ਜਿਉ ਬੇਤਾਲਿਆ। ਮਹਾਰਾਜ ਕਹਿੰਦੇ ਵੇਦਾਂ ਵਿੱਚ ਨਾਮ ਕਿਹਾ ਵੀ ਨਾਮ ਉੱਤਮ ਹੈ ਭਾਈ, ਇਹਨੂੰ ਜਪੋ, ਗਿਆਨ ਕਾਂਡ ਵਿੱਚ ਕਿਹਾ ਹੋਇਆ ਹੈ। ਪਰ ਲੋਕ ਪੜ੍ਹ ਕੇ ਵੇਦਾਂ ਦੀਆਂ ਸੁਰਤੀਆਂ ਗਿਆਨ ਝਾੜਦੇ ਹੈ ਤੇ ਭੂਤਨਿਆਂ ਵਾਂਗ ਤੁਰੇ ਫਿਰਦੇ ਹੈ। ਮਹਾਰਾਜ ਕਹਿੰਦੇ ਹੈ ਬ੍ਰਾਹਮਣਾ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੈ। ਕਹਾ ਨਾਨਕ ਦਾਸ। ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਸਾਡਾ ਦਾਸ ਹੈ, ਤੈਨੂੰ ਹੀ ਯਥਾਰਥੀ ਬਚਨ ਕਹਿ ਦਿੱਤੇ, ਸਮਝ ਲਾ। ਜੋ ਬਈ ਕਲ ਜੋਰੇ ਦੇ ਯਕੀਨੀ ਬੰਦਨਾ। ਉਸ ਵੇਲੇ ਸੁਣ ਕੇ ਸ਼ਬਦ ਬ੍ਰਾਹਮਣ ਨੇ ਦੋਵੇਂ ਹਾਥੀ ਜੋੜੇ ਤੇ ਨਮਸਕਾਰ ਕੀਤੀ, ਮੱਥੇ ਟੇਕੇ ਹੈ ਬਾਰ ਮਮ ਗਤ ਕੀਜੈ ਪਾਪ ਨਿਕੰਦਨਾ। ਇਹ ਪਾਪਾਂ ਨੂੰ ਕੱਟਣ ਵਾਲੇ ਗੁਰੂ ਸਾਹਿਬ ਜੀ, ਮੇਰੇ ਪਾਪੀ ਦੇ ਪਾਪ ਕੱਟੀਏ, ਮੇਰੇ ਕਲਿਆਣ ਕਰੀਏ ਜੀ। ਪੂਰਨ ਪੁਰਖ ਸੰਤ ਜਗਦੀਸ਼ੂ। ਕਿਉਂਕਿ ਤੁਸੀਂ ਪੂਰਨ ਹੋ, ਅਕਾਲ ਪੁਰਖ ਹੋ, ਸੰਤ ਹੋ ਤੇ ਜਗਤ ਦੇ ਮਾਲਕ ਈਸ਼ ਹੋ। ਆਸ ਕਹਿ ਚਰਨ ਕਮਲ ਧਰ ਸੀਸੂ। ਇਸ ਤਰ੍ਹਾਂ ਕਹਿ ਕਰਕੇ ਇਹਨੇ ਸਤਿਗੁਰ ਜੀ ਦੇ ਚਰਨ ਕਮਲਾਂ ਉੱਪਰ ਆਪਣਾ ਸੀਸ ਰੱਖ ਦਿੱਤਾ ਹੈ। ਗਰਭ ਜਾਤ ਕਾਦੀ ਨ ਤਿਆਗੀ। ਜਿਹੜੇ ਵੀ ਮੈਂ ਬ੍ਰਾਹਮਣ ਹੈ, ਮੈਂ ਬ੍ਰਾਹਮਣ ਗੁਰੂ ਹੁੰਦੇ ਆ ਸਾਰਿਆਂ ਦੇ ਜਗਤ ਦੇ, ਇਹ ਬ੍ਰਾਹਮਣ ਜਾਤੀ ਦਾ ਇਹਨੇ ਹੰਕਾਰ ਜਿਹੜਾ ਛੱਡ ਦਿੱਤਾ ਹੈ। ਗੁਰ ਪਾਗ ਕੀ ਔਰ ਮਹਿਲ ਵਲਾਗੀ। ਗੁਰੂ ਦੇ ਚਰਨਾਂ ਦੀ ਬਸ ਹਿਰਦੇ ਵਿੱਚ ਤੇ ਲਿਵ ਲੱਗ ਗਈ ਹੈ, ਚਰਨਾਂ ਦਾ ਧਿਆਨ ਕਰ ਲਿਆ ਇਸ ਨੇ। ਨਿਜ ਉਪਦੇਸ਼ ਮੋਹਿ ਕੋ ਦੀਜਾ। ਕਹਿੰਦਾ ਮਹਾਰਾਜ ਆਪਣਾ ਪਵਿੱਤਰ ਉਪਦੇਸ਼ ਮੈਨੂੰ ਗਰੀਬ ਨੂੰ ਵੀ ਦੇ ਹੀ ਦਈਏ ਨਾ ਮਹਾਰਾਜ। ਸ਼ਰਨ ਪਰੇ ਕੀ ਸ਼ਰਮ ਰਖੀਜਾ। ਤੁਹਾਡੀ ਸ਼ਰਨ ਪਿਆ ਹੋਇਆ ਤੇ ਗੁਰੂ ਮਹਾਰਾਜ ਸ਼ਰਨ ਪਏ ਦੀ
लज्जा रखिए, इज्जत अबरू रखिए, शरण परे की राख दयाला। हे महाराज हम बारग तू गुर पिता है, दे मत समझाए। ਅਸੀਂ ਬੱਚੇ ਹਾਂ, ਤੁਸੀਂ ਪਿਤਾ ਹੋ, ਸਾਨੂੰ ਭੁੱਲਿਆਂ ਭਟਕਿਆਂ ਨੂੰ ਸਮਝਾ ਦਿਓ ਜੀ, ਮਤ ਦੇ ਕੇ ਚੰਗੀ। ਦੋਹਰਾ ਗੁਰ ਕਹਿ ਧਨ ਪ੍ਰਾਪਤ ਪਇਓ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਬ੍ਰਾਹਮਣ ਤੈਨੂੰ ਪਰਮਾਤਮਾ ਤੇ ਸਾਡੇ ਬਚਨਾਂ ਨਾਲ ਸੱਤ ਪਾਤਸ਼ਾਹੀਆਂ ਦਾ ਧਨ ਤੇ ਪ੍ਰਾਪਤ ਹੋ ਹੀ ਗਿਆ ਹੈ। ਤਜਹ ਦੰਭ ਛਲ ਜੋਏ। ਜਿਹੜਾ ਤੂੰ ਪਖੰਡ ਕਰਦਾ ਨਾ, ਰੋਜ਼ ਪੋਚਾ ਫੇਰ ਕੇ, ਦੱਬ ਵਿਛਾ ਕੇ, ਠਾਕਰ ਨੂੰ ਨਵਾ ਕੇ, ਅੱਖਾਂ ਬੰਦ ਕਰਕੇ ਕਹਿੰਦਾ ਵੀ ਤਿੰਨੋਂ ਲੋਕ ਸੋਚਦੇ ਹੈ ਮੁਝੇ, ਇਹ ਪਖੰਡ ਛੱਡ ਦੇ ਤੇ ਛਲ ਜਿਹੜਾ ਇਹ ਵੀ ਛੱਡ ਦੇ। ਸੁਧ ਆਤਮਾ ਨਾਮ ਜਪ। ਸ਼ੁੱਧ ਮਨ ਨਾਲ ਪਰਮਾਤਮਾ ਦਾ ਨਾਮ ਜਪ, ਹੀ ਕਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਕਹਿ ਬ੍ਰਾਹਮਣਾ। ਇਸ ਪ੍ਰਕਾਰ ਗਤ ਹੋਏ। ਜੇ ਤੂੰ ਸਾਡਾ ਬਚਨ ਮੰਨੇਗਾ ਐਸੀ ਤੇਰੀ ਗਤ ਹੋ ਜਾਏਗੀ, ਕਲਿਆਣ ਹੋ ਜਾਏਗੀ। ਕਿਉਂਕਿ ਜੇ ਕੋ ਗੁਰ ਤੇ ਵੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ, ਕੋਈ ਪੁੱਛੋ ਵੇਖਿਆ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਨਾਗ ਚਰਨੀ, ਸਤਿਗੁਰ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵਿਚਾਰ ਕਰਕੇ ਭਾਈ ਦੇਖ ਲਓ, ਭੱਜ ਨੱਠ ਕੇ ਵੇਖ ਲਓ, ਬਿਨਾਂ ਸਤਿਗੁਰੂ ਤੋਂ ਮੁਕਤੀ ਨਹੀਂ ਹੁੰਦੀ। ਗੁਰੂ ਦੇ ਬਚਨ ਮੰਨੇ ਤੋਂ ਬਿਨਾਂ। ਇੱਥੇ ਮਹਾਰਾਜ ਹੁਣ ਸਤਿਗੁਰੂ ਹੈ ਗੁਰੂ ਨਾਨਕ ਸਾਹਿਬ ਜੀ, ਉਹ ਬਚਨ ਕਹਿ ਦਿੱਤਾ ਹੈ, ਇਹਨੇ ਬਚਨ ਮੰਨ ਲਿਆ ਹੈ। ਮਹਾਰਾਜ ਕਹਿੰਦੇ ਜੇ ਬਚਨ ਮੰਨੇਗਾ ਤੇਰੀ ਕਲਿਆਣ ਹੋ ਜਾਏਗੀ। ਚੌਪਈ ਵਾਹਿਗੁਰੂ ਜਪ ਵਰਤਹੁ ਦਰਬਾ। ਤੇ ਤੈਨੂੰ ਪੈਸੇ ਦੇ ਧਨ ਮਿਲ ਹੀ ਗਿਆ ਹੈ, ਵਾਹਿਗੁਰੂ ਵਾਹਿਗੁਰੂ ਜਪ ਕਰਕੇ, ਤੇ ਜਦੋਂ ਲੋੜ ਹੁੰਦੀ ਤੇ ਪੈਸਾ ਤੂੰ ਵਰਤਿਆ ਕਰ, ਵਰਤੀ ਜਾ। ਪਰ ਹਰ ਹਿਰਦੇ ਵਿਕਾਰ ਨ ਸਰਬਾ। ਸਾਰੇ ਜਿਹੜੇ ਹਿਰਦੇ ਦੇ ਵਿਕਾਰ ਹੈ ਉਹਨਾਂ ਨੂੰ ਛੱਡ ਦੇ, ਤਿਆਗ ਦੇ। ਪਾਛਲ ਅਗ ਬਖਸ਼ੇ ਤੁਝ ਤਾਈ। ਜਿਹੜੇ ਤੂੰ ਪਿਛਲੇ ਜਨਮਾਂ ਵਿੱਚ ਪਾਪ ਕੀਤੇ, ਜਾਂ ਇਸ ਜਨਮ ਵਿੱਚ ਪਿਛਲੀ ਉਮਰ ਵਿੱਚ ਪਾਪ ਕੀਤੇ ਹੈ, ਉਹ ਤੇਰੇ ਤਾਈਂ ਸਾਰੇ ਬਖਸ਼ ਦਿੱਤੇ ਹੈ। ਪਿਛਲੇ ਔਗਣ ਅਸੀਂ ਬਖਸ਼ ਦਿੱਤੇ ਹੈ, ਤੇਰੀ ਕਲਿਆਣ ਕਰ ਦਿੱਤੀ ਹੈ। ਬਾਹਰ ਨਾ ਕਰ ਸੋ ਇਹ ਦੁਖਦਾਈ। ਹੁਣ ਸਾਡਾ ਬਚਨ ਮੰਨ ਵੀ ਫਿਰ ਨਹੀਂ ਕਰਨੇ ਹੈ, ਕਿਉਂਕਿ ਪਾਪ ਬੜੇ ਦੁਖਦਾਈ ਹੈ। ਸਾਲ ਗ੍ਰਾਮ ਦੀਨ ਪੁਨ ਤਾਹੀ। ਇਹ ਬਚਨ ਕਹਿ ਕੇ ਮਹਾਰਾਜ ਨੇ ਉਸ ਬ੍ਰਾਹਮਣ ਦੇ ਤਾਈਂ ਜਿਹੜੀ ਸਾਲਗ੍ਰਾਮ ਠਾਕਰ ਦੀ ਮੂਰਤੀ ਹੈ ਉਹ ਦੇ ਦਿੱਤੀ ਹੈ, ਵੀ ਲੈ ਲਾ ਆਪਣੀ ਮੂਰਤੀ। ਇਨ ਕੀ ਭੀਸ਼ੇ ਵਾਕਰ ਚਾਹੀ। ਤੇ ਮਹਾਰਾਜ ਕਹਿੰਦੇ ਆ ਵੀ ਇਹਦੇ ਪਿੱਛੇ ਜਿਹੜਾ ਤੂੰ ਇਹਨਾਂ ਦੁਆਰਾ ਭਿੱਖਿਆ ਮੰਗਦਾ ਸੀ, ਤੇ ਜਿਹੜੀ ਝੂਠੇ ਭਜਨਾਂ ਦੀ ਰਚਨਾ ਰਚਦਾ ਸੀ, ਵਾਕ ਰਚਦਾ ਸੀ ਵੀ ਮੈਨੂੰ ਪੈਸੇ ਮਿਲ ਜਾਣ। ਇਨ ਕੀ ਭੀਸ਼ੇ ਭਾਵੇਂ ਸਾਲਗ੍ਰਾਮ ਦੇ ਪਿੱਛੇ ਹੀ ਤੂੰ ਭਿੱਖਿਆ ਮੰਗਦਾ ਸੀ ਤੇ ਝੂਠੇ ਭਜਨਾਂ ਦੀ ਰਚਨਾ ਕਰਦਾ ਸੀ। ਭਇਓ ਸਿੱਖ ਸਤਿਗੁਰ ਕੋ ਦਿਜਬਰ। ਇਉਂ ਜਿਹੜਾ ਇਹ ਦਿਜਬਰ ਬ੍ਰਾਹਮਣ ਸੀ ਨਾ, ਸ੍ਰੇਸ਼ਟ ਮੱਤ ਵਾਲਾ, ਗੁਰੂ ਦੀ ਮੱਤ ਲੈ ਕੇ ਹੋਰ ਸ੍ਰੇਸ਼ਟ ਹੋ ਗਿਆ ਤੇ ਸਤਿਗੁਰੂ ਜੀ ਦਾ ਸਿੱਖ ਹੋ ਗਿਆ। ਹਰਖਿਓ ਅਧਿਕ ਸ਼ਬਦ ਬਹੁ ਲੱਖ ਕਰ। ਗੁਰੂ ਜੀ ਲੇਖ ਕਰ, ਲੱਖ ਕਿਤੇ ਲਿਖਿਆ, ਸ਼ਬਦ ਬਹੁ ਲੇਖ ਕਰ। ਬਹੁਤ ਜਿਹੜੇ ਗੁਰੂ ਜੀ ਦੇ ਸ਼ਬਦ ਗੁਰਬਾਣੀ ਦੇ ਲੇਖ ਕਰਕੇ ਬਹੁਤ ਹੀ ਖੁਸ਼ ਹੋਇਆ ਬ੍ਰਾਹਮਣ। ਗੁਰੂ ਦੀ ਸਿੱਖਿਆ ਲੈ ਲਈ ਹੈ, ਜਿਸ ਕਰਕੇ ਪਾਰ ਉਤਾਰਾ ਹੋ ਗਿਆ ਹੈ। ਅਸੀਂ ਕਹਿ ਦਿੰਦੇ ਗੱਲ ਵੀ ਸਾਧ ਸੰਗਤ ਜੀ ਜਿਹੜਾ ਸ਼ਰਨ ਆਵੇ ਉਹਨੂੰ ਮਾਫ ਕਰ ਦੇਣਾ ਚਾਹੀਦਾ ਹੈ, ਪਰ ਅਸਲ ਰੂਪ ਵਿੱਚ ਗੱਲ ਕੀ ਹੈ, ਇਹ ਮਹਾਰਾਜ ਨੇ ਦਇਆ ਦਿੱਤੀ ਹੈ। ਥਾਂ ਤੁਸੀਂ ਪੜ੍ਹ ਕੇ ਵੇਖ ਲਓ ਇਤਿਹਾਸ। ਬਖਸ਼ੇ ਹੋ ਜਾਂਦੇ ਹੈ ਜਿਹੜੇ ਸਾਧ ਸੰਗਤ ਜੀ ਆਪਣੀ ਗਲਤੀਆਂ ਲੱਖਾਂ ਕਰਕੇ ਮੰਨ ਲੈਣ ਤੇ ਬਾਅਦ ਵਿੱਚ ਗਲਤੀ ਨਾ ਕਰਨ, ਉਹ ਬਖਸ਼ੇ ਜਾਂਦੇ ਆ। ਤੇ ਜਿਹੜੇ ਲੋਕ ਗਲਤੀਆਂ ਕਰ ਕਰਕੇ ਕਹਿੰਦੇ ਮਹਾਰਾਜ ਬਖਸ਼ ਲਓ, ਮਹਾਰਾਜ ਬਖਸ਼ ਲਓ, ਉਹ ਕਦੀ ਬਖਸ਼ੇ ਨਹੀਂ ਜਾਂਦੇ। ਕਿਉਂਕਿ ਸਭ ਤੋਂ ਚਤਰ ਸਿਆਣਾ ਉਹ ਬੰਦਾ ਹੈ ਜਿਹੜਾ ਗਲਤੀਆਂ ਬਾਰ-ਬਾਰ ਕਰਕੇ ਮਾਫੀਆਂ ਮੰਗਦਾ ਨਾ, ਉਹ ਸਭ ਤੋਂ ਵੱਡਾ ਪਖੰਡੀ ਹੈ। ਕਿਉਂਕਿ ਉਹਨੇ ਤਾਂ ਢਕਵੰਜ ਬਣਾਇਆ, ਗਲਤੀ ਕਰ ਲਈ ਮਾਫੀ ਮੰਗ ਲਈ, ਗਲਤੀ ਕਰ ਲਈ ਮਾਫੀ ਮੰਗ ਲਈ। ਗੁਰੂ ਜੀ ਦਾ ਜਿੰਨਾ ਪਿੱਛੇ ਇਤਿਹਾਸ ਆਇਆ ਹੈ, ਸੱਜਣ ਠੱਗ, ਕੌਡੇ ਰਾਗਸ਼, ਪਖੰਡੀ ਬ੍ਰਾਹਮਣ, ਜਿੰਨੇ ਵੀ ਰਾਜੇ ਪੰਡਿਤ ਲੋਕ ਹੋਏ ਹੈ,
ਉਹਨਾਂ ਨੂੰ ਇਹੀ ਸਿੱਖਿਆ ਦਿੱਤੀ ਹੈ, ਭਾਈ ਜੋ ਪਿੱਛੇ ਹੋ ਗਿਆ ਸੋ ਹੋ ਗਿਆ, ਹੁਣ ਸਾਡਾ ਉਪਦੇਸ਼ ਲੈ ਲਿਆ, ਹੁਣ ਗਾਂਹ ਗਲਤੀ ਨਹੀਂ ਕਰਨੀ। ਅਤੇ ਫਿਰ ਉਹਨਾਂ ਨੇ ਗਾਂਹ ਗਲਤੀ ਕੀਤੀ ਵੀ ਨਹੀਂ। ਦੱਸੋ ਕੋਈ ਪ੍ਰਸੰਗ ਹੈਗਾ ਸੱਜਣ ਠੱਗ ਦਾ ਵੀ ਉਹਨੇ ਬਾਅਦ ਵਿੱਚ ਫਿਰ ਲੁੱਟ ਮਾਰ ਸ਼ੁਰੂ ਕਰ ਦਿੱਤੀ ਸੀ, ਜਾਂ ਕੌਡੇ ਰਾਖਸ਼ ਨੇ ਫਿਰ ਖਾਣੇ ਬੰਦੇ ਸ਼ੁਰੂ ਕਰ ਦਿੱਤੇ। ਐਵੇਂ ਗੁਰੂ ਘਰ ਦਾ ਅਸਲ ਸਿਧਾਂਤ ਸਮਝਿਆ ਕਰੀਏ ਕਿ ਜੇਕਰ ਗਲਤੀ ਕਰ ਲਈ ਹੈ, ਮਹਾਰਾਜ ਕੋਲ ਮਾਫੀ ਮੰਗ ਲਈ, ਉਹ ਗਲਤੀ ਕਦੀ ਹੋਣੀ ਨਹੀਂ ਚਾਹੀਦੀ। ਠੀਕ ਹੈ, ਬੰਦਾ ਗਲਤੀਆਂ ਦਾ ਪੁਤਲਾ ਹੀ ਕਹਿੰਦੇ ਆ, ਪਰ ਗੁਰੂ ਕੇ ਸਿੱਖਾਂ ਨੇ ਜਿਹੜੀ ਇੱਕ ਭੁੱਲ ਕਰ ਲਈ ਹੈ, ਬਖਸ਼ਾ ਲਈ ਹੈ, ਫਿਰ ਨਹੀਂ ਉਹ ਗਲਤੀ ਕੀਤੀ ਹੈ। ਇਹੀ ਸਿੱਖ ਪੁਣਾ ਹੈ। ਜਿਹੜਾ ਬੰਦਾ ਆ ਬੰਦੇ ਨੂੰ ਇੱਕ ਵਾਰ ਉਸ ਨੂੰ ਰੋਕਿਆ ਵੀ ਆਹ ਗਲਤੀ ਨਹੀਂ ਕਰਨੀ, ਉਹ ਫਿਰ ਕਰਦਾ ਹੈ, ਫਿਰ ਕਹਿੰਦਾ ਮਹਾਰਾਜ ਤੁਸੀਂ ਬਖਸ਼ਣਹਾਰ ਹੋ। ਸਭ ਤੋਂ ਚਤਰ ਸਿਆਣਾ ਉਹ ਹੈ, ਜਿੰਨਾ ਨੁਕਸਾਨ ਤੁਹਾਡਾ ਉਹ ਮਨੁੱਖ ਕਰੇਗਾ, ਹੋਰ ਕੋਈ ਕਰ ਹੀ ਨਹੀਂ ਸਕਦਾ, ਕਿਉਂਕਿ ਉਹਨੂੰ ਪਤਾ ਮੈਂ ਮਾਫੀ ਮੰਗ ਲੈਣੀ, ਮੈਨੂੰ ਮਾਫੀ ਮਿਲ ਜਾਣੀ ਹੈ। ਅਤੇ ਆ ਜਿਵੇਂ ਆ ਪਿੱਛੇ ਜੇ ਦਿੱਲੀ ਵਿੱਚ ਇੱਕ ਕਾਂਡ ਹੋਇਆ, ਉਹਨੇ ਸਿੱਖ ਆਪਣਾ ਸਿੱਖ ਹੀ ਹੈ, ਉਹਦਾ ਨੇ ਕਈ ਵਾਰ ਅੰਮ੍ਰਿਤਧਾਰੀ ਸਿੱਖ ਦਾ ਪਰਨਾ ਲਾਇਆ, ਮੋਨੇ ਬੰਦੇ ਨੇ, ਹਿੰਦੂ ਹੀ ਹੈ ਉਹ, ਦਿੱਲੀ ਵਿੱਚ ਉਹ ਪਰਨਾ ਲਾ ਦਿੰਦਾ ਅਤੇ ਪੰਚਾਇਤ ਉੱਥੇ ਆ ਕੇ ਕਮੇਟੀ 'ਚ ਮਾਫੀ ਮੰਗ ਜਾਂਦਾ ਅਤੇ ਫਿਰ ਬਚ ਜਾਂਦਾ। ਉਹਨੂੰ ਸੋਧਾ ਲਾਉਣ ਦੀ ਬਜਾਏ ਕਮੇਟੀ ਵੀ ਕਹਿੰਦੇ ਠੀਕ, ਉਹਨੇ ਮਾਫੀ ਮੰਗ ਲਈ, ਸੰਗਤ ਦੇ ਵਿੱਚ ਆ ਕੇ ਬੜੀ ਭੁੱਲ ਕਰ ਲਈ। 4-5 ਵਾਰੀ ਉਹਨੇ ਉਹੀ ਟੈਗ ਕੀਤਾ ਹੈ। ਉਹਨੂੰ ਹੋਰ ਕੀ ਚਾਹੀਦਾ ਜਿਹੜਾ ਪਰਨਾ ਲਾ ਕੇ ਆਪਣਾ ਕੰਮ ਕੱਢ ਲੈਂਦਾ ਹੈ, 10-15 ਜਣੀ ਫਿਰ ਮਾਫੀ ਮੰਗ ਲੈਂਦਾ, ਉਹ ਤਾਂ ਸਭ ਤੋਂ ਸਿਆਣਾ ਬੰਦਾ। ਇਹ ਜਿਹੜੀਆਂ ਅਸੀਂ ਭੁੱਲਾਂ ਗਲਤੀਆਂ ਕਰਦੇ ਹਾਂ, ਮਹਾਰਾਜ ਸਾਨੂੰ ਕਿਰਪਾ ਕਰਨ, ਸਾਨੂੰ ਮੱਤ ਬਖਸ਼ਣ। ਮਨ ਕੀ ਮੱਤ ਤਿਆਗੋ ਹਰ ਜਨ, ਬੜਾ ਵੱਡਾ ਬਚਨ ਹੀ ਸਮਝੀਏ। ਮਨ ਦੀ ਮੱਤ ਛੱਡੀਏ ਤਾਂ ਭਲਾ ਸਾਧ ਸੰਗਤ ਜੀ। ਚਤੁਰਾਈ ਨਾ ਚਤੁਰ ਭੁਜ ਪਾਈਐ, ਸਿਆਣਪਾਂ ਨਾਲ ਪਰਮਾਤਮਾ ਨੂੰ ਪਾਇਆ ਨਹੀਂ ਜਾਂਦਾ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਾ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਇੱਥੇ ਹੀ ਸਮਾਪਤੀ ਹੈ। ਸਾਲ ਗ੍ਰਾਮ ਦੀਨ ਗੁਣ ਤਾਹੀ, ਇਨਕੇ ਪਿਛੇ ਵਾਕਰ ਚਾਹੀ। ਭਇਓ ਸਿੱਖ ਸਤਿਗੁਰ ਕੋ ਦਿਜ ਬਰ, ਹਰਖਿਓ ਅਧਿਕ ਸ਼ਬਦ ਬਹੁ ਲਿਖ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।